ਧੰਨ ਵਾਹਿਗੁਰੂ ਗੁਰੂ ਗਰੀਬ ਨਵਾਜ। बहुत जन्म बिछड़े थे माधो, बहुत जन्म बिछड़े थे माधो, ये जन्म तुम्हारे लिखे रविदास वास लग जीव हो। आस लग जीव हो। चिर पयो दर्शन दिख है रंग न तुंग फकीर। बारी आपो अपनी बारी आपो अपनी बंदती। जो तो प्रेम खिलन का जाओ, सिर पर तली गली बुरिया। एक मार्ग पैर त्रीजा मार्ग पैर त्रीजा। सिर दीजै खान न कीजै। प्रेम वाली गली विचों कोई लंघदा। वाली गली विचों कोई लंघदा। गली विचों कोई लंघदा। प्रेम वाली गली विचों कोई लंघदा। प्रेम वाली गली विचों कोई लंघदा। प्रेम वाली गली विचों कोई लंघदा। वाली गली विचों कोई प्रेम वाली गली विचों कोई लंघदा। 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 कोई लंघदा। कोई
ਸਿਰ ਧਰ ਤੜੀ ਕਲੀ ਮੁਰਿਆਓ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀਓ, ਕਾਫੀ ਸਮੇਂ ਤੋਂ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਰਹੇ ਹਾਂ। ਬਾਬਾ ਜੀ ਨੇ ਪਹਿਲਾਂ ਟਾਈਮ ਲਾਇਆ ਹੈ, ਫਿਰ ਸਾਡੇ ਭਾਈ ਗਿਆਨੀ ਜੀ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ, ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਸਮਾਂ ਲਿਖਿਆ ਹੈ। ਕੱਲ ਤੋਂ ਹੀ ਆਪ ਜੀ ਦੇ ਦਰਸ਼ਨ ਕਰਦੇ ਆਂ। ਥੋੜਾ ਥੋੜਾ ਸਮਾਂ ਲਾ ਕੇ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ, ਮਹਾਂਪੁਰਸ਼ਾਂ ਦੇ ਸਥਾਨ ਦੇ ਉੱਤੇ ਬਹਿ ਕੇ। ਆਓ ਜਿੰਨਾ ਸਮਾਂ ਸਤਿਗੁਰ ਤੁਹਾਡੀ ਆਪਣੀ ਝੋਲੀ 'ਚ ਪਾਉਂਦੇ ਨੇ, ਆਪਾਂ ਰਲ ਮਿਲ ਕੇ ਇਕਾਗਰਤਾ ਬਣਾ ਕੇ ਸਤਿਗੁਰ ਦੇ ਚਰਨਾਂ 'ਚ ਬਈਏ, ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਸਮਾਂ ਲੰਘਦਾ ਜਾਂਦਾ ਹੈ, ਕਿਸੇ ਦੀ ਲਿਹਾਜ਼ ਨਹੀਂ ਕਰਦਾ, ਇਹਨੇ ਲੰਘਦੇ ਨੇ ਲੰਘ ਜਾਣਾ ਹੈ। ਇਸ ਲੰਘਦੇ ਹੋਏ ਸਮੇਂ ਤੋਂ ਆਪਾਂ ਲਾਹਾ ਪ੍ਰਾਪਤ ਕਰੀਏ, ਕਿਉਂਕਿ ਲੰਘਣ ਵਾਲੇ ਲੰਘ ਜਾਂਦੇ ਨੇ, ਵੀ ਚਲੋ ਲੱਗੇ ਰਹਿਣ ਦੀਵਾਨ, ਆਪਾਂ ਕੀ ਲੈਣਾ ਹੈ। ਆਓ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਇਕਾਗਰਤਾ ਬਣਾਈਏ, ਕੋਈ ਰਸਨਾ ਵਾਂਝੀ ਨਾ ਰਵੇ, ਕਹਿਣਾ ਨਾ ਪਵੇ, ਬਿਨਾਂ ਕਹਿਣ ਤੋਂ ਹੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਰਦਾਸ ਆਪਾਂ ਮਹਾਰਾਜ ਦੇ ਚਰਨਾਂ 'ਚ ਕਰਨੀ ਹੈ। ਸਭ ਜਾਦਿਓ ਤੁਹਾਡੇ ਵਰਗੇ ਬਣ ਤੇ ਨਹੀਂ ਸਕਦੇ, ਪਰ ਤੁਹਾਡੇ ਹੋਏ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ ਆਪਣਾ ਜੀਵਨ ਬਣਾਵਾਂਗੇ। ਵੈਸੇ ਤੇ ਭਾਈ ਸੰਦੀਪ ਸਿੰਘ ਜੀ ਤੋਂ ਸਾਰਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ, ਕੁਛ ਰਹਿ ਨਹੀਂ ਗਿਆ ਬੋਲਣ ਵਾਸਤੇ, ਪਰ ਚਲੋ ਜਿਵ ਜਿਵ ਹੁਕਮ ਤਿਵੈ ਤਿਵਕਾਰ ਆਪਾਂ ਰਲ ਮਿਲ ਕੇ ਇਕਾਗਰਤਾ ਬਣਾ ਕੇ ਨੇਤਰ ਬੰਦ ਕਰਕੇ ਬੈਠੋ। ਪਤਾ ਹੀ ਨਾ ਲੱਗੇ ਕਿੰਨਾ ਸਮਾਂ ਹੋਇਆ ਤੇ ਕੌਣ ਆਇਆ ਤੇ ਕੌਣ ਗਿਆ। ਇਹ ਸਮੇਂ ਕਰਮਾਂ ਨਾਲ ਮਿਲਦੇ ਨੇ, ਭਾਗਾਂ ਨਾਲ ਪ੍ਰਾਪਤ ਹੁੰਦਾ ਸਮਾਂ, ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਕੋਈ ਆ ਕੇ ਬਹਿ ਜਾਏਗਾ ਚੌਂਕੜਾ ਮਾਰ ਕੇ। ਨਹੀਂ ਨਹੀਂ, ਜਿਹਦੇ ਕਰਮਾਂ ਦੇ ਵਿੱਚ ਸਮਾਂ ਲਿਖਿਆ ਹੁੰਦਾ ਹੈ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਭ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਰੀਜੈ ਜੀ। ਬਿਨਾਂ ਕਰਮਾਂ ਤੋਂ ਥੋੜੋ ਇਹ ਸਮਾਂ ਮਿਲਦਾ ਹੈ। ਵੇਖੋ ਜਾ ਕੇ ਹਸਪੀਟਲਾਂ ਦੇ ਵਿੱਚ ਵੇਖੋ ਲੋਕ ਤੜਫਦੇ ਨੇ, ਉਹ ਕਹਿੰਦੇ ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂਗੇ, ਇੱਕ ਵਾਰ ਸਤਿਗੁਰ ਦੇ ਸਾਹਮਣੇ ਬਹਿਣ ਦਾ ਸਮਾਂ ਮਿਲ ਜੇ, ਨਹੀਂ ਮਿਲਦਾ। ਜਿਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ, ਜਿਨ੍ਹਾਂ ਦੇ ਪਲਸਤਰ ਹੋਏ ਨੇ, ਜਿਹੜੇ ਤੜਫਦੇ ਨੇ ਬਿਲਕਦੇ ਨੇ, ਉਹਨਾਂ ਨੂੰ ਪੁੱਛੋ ਜਾ ਕੇ, ਉਹ ਕਹਿੰਦੇ ਨੇ ਦਿਨ ਰਾਤ ਸਤਸੰਗ ਦੇ ਸੁਣੀ ਜਾਵਾਂਗੇ, ਬਹਿ ਕੇ ਚੌਂਕੜਾ ਮਾਰ ਕੇ ਸੁਣਾਂਗੇ, ਪਰ ਨਹੀਂ ਸਮਾਂ ਮਿਲਦਾ। ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਜਵਾਨਾਂ ਕੱਟ ਦਿੱਤੀਆਂ ਗਈਆਂ ਨੇ, ਕਹਿੰਦੇ ਜੀ ਕੈਂਸਰ ਹੋ ਗਿਆ, ਜਵਾਨ ਕੱਟਣੀ ਪੈਣੀ ਹੈ। ਪੁੱਛੋ ਜਿਨ੍ਹਾਂ ਦੀਆਂ ਕੱਟ ਦਿੱਤੀਆਂ ਗਈਆਂ ਨੇ ਜਵਾਨਾਂ, ਉਹ ਕਹਿੰਦੇ ਵਾਹਿ ਕੇ ਧਾਰਨਾ 'ਚ ਬੋਲਾਂਗੇ, ਸ਼ਬਦਾਂ 'ਚ ਬੋਲਾਂਗੇ, ਬਾਣੀ ਦੀ ਵਿਚਾਰ ਨਾਲ ਜੁੜਾਂਗੇ। ਮਿਲ ਜੇ ਸਮਾਂ, ਨਹੀਂ ਮਿਲਦਾ। ਉਹਨਾਂ ਦੇ ਭਾਗਾਂ 'ਚ ਨਹੀਂ, ਪਰ ਸਾਡੇ ਭਾਗਾਂ 'ਚ ਜ਼ਰੂਰ ਲਿਖਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਸਮਾਂ ਨਾ ਲੰਘਾਈਏ, ਆਪਾਂ ਸਮਾਂ ਵੇਸਟ ਨਾ ਕਰੀਏ। ਹਰ ਰੋਜ਼ ਘਰਾਂ ਵਿੱਚ ਬਹਿ ਕੇ ਇੱਕ ਆਇਆ ਚਾਰ ਗਏ, ਚਾਰ ਆਏ, ਉਹਨਾਂ 'ਚ ਬਹਿ ਕੇ ਗੱਪਾਂ ਮਾਰਨੀਆਂ, ਸਾਰਾ ਸਾਰਾ ਦਿਨ ਕੰਮ ਧੰਦਿਆਂ 'ਚ ਝੂਠ ਬੋਲਣੇ, ਠੱਗੀਆਂ ਮਾਰਨੀਆਂ ਛੱਡ ਦੋ।
ਉਹ ਸੱਚੇ ਨਾਲ ਜੁੜ ਜਾਓ, ਸੱਚੇ ਨਾਲ ਜੁੜ ਕੇ ਸੱਚੇ ਦੇ ਲੜ ਲੱਗੀਏ। ਆਓ ਸਮਾਂ ਆਪਾਂ ਸਮੇਂ ਦੀ ਸੰਭਾਲ ਕਰੀਏ, ਇਤਿਹਾਸ ਨਾਲ ਜੁੜੀਏ। ਕੱਲ ਆਪਾਂ ਰਲ ਮਿਲ ਕੇ ਸਾਰਿਆਂ ਨੇ ਚਮਕੌਰ ਸਾਹਿਬ ਦੀ ਦਾਸਤਾਨ ਵਿਚਾਰੀ ਸੀ। ਥੋੜੇ ਸਮੇਂ ਤੋਂ ਆਪਾਂ ਬਹੁਤਾ ਲਾਹਾ ਪ੍ਰਾਪਤ ਕਰੀਏ। ਮੈਂ ਕੱਲ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਚਮਕੌਰ ਦੀ ਗੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਸੀ। ਸਰਸਾ ਦੇ ਕੰਢੇ ਦੇ ਉੱਤੇ ਜੇ ਬੈਠਾ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਬੈਠਾ, ਇਕੱਠਾ ਬੈਠਾ ਹੈ। ਉਹ ਲਾਸਟ ਵਾਰੀ ਸੀ, ਉਹ ਲਾਸਟ ਸਮਾਂ ਸੀ। ਬਾਬਾ ਅਜੀਤ ਸਿੰਘ ਜੀ ਰੋਕਦੇ ਰਹੇ ਫੌਜਾਂ ਨੂੰ, ਪਿੱਛੇ ਜਿਹੜੀਆਂ ਫੌਜਾਂ ਚੜ ਕੇ ਆ ਗਈਆਂ ਸੀ ਰੋਕਦੇ ਰਹੇ। ਗੁਰਮੁਖੋ, ਧੰਨ ਮਾਤਾ ਗੁਜਰੀ ਆਪਣੇ ਲਖ ਤੇ ਜਗਰ ਵੱਲ ਕੀਰਤਨ ਹੁੰਦਾ ਤੱਕ ਲੈਂਦੀ ਹੈ, ਕਦੇ ਕਦੇ ਵੇਖ ਲੈਂਦੀ ਹੈ ਮੇਰਾ ਗੋਬਿੰਦ ਸਿੰਘ ਬੈਠਾ ਹੈ। ਸ਼ਹੀਦਾਂ ਦੀ ਕੌਮ ਹੈ, ਪੁੱਛਦੇ ਨਹੀਂ ਆਪਾਂ ਨੂੰ ਕੋਈ ਪੁੱਛਦਾ ਕਿੰਨੇ ਬੱਚੇ ਨੇ ਜੀ, ਮਾਂ ਦਾ ਨਾਂ ਕੀ ਹੈ, ਪਿਓ ਦਾ ਨਾਂ ਕੀ ਹੈ, ਪੁੱਛਦੇ ਨਹੀਂ ਆਪਾਂ ਨੂੰ। ਕਈ ਵਾਰੀ ਕੋਈ ਪੁੱਛ ਲੈਂਦਾ ਤੇਰੇ ਪਿਓ ਨਾਂ ਕੀ ਹੈ, ਆਪਾਂ ਕਹਿੰਦੇ ਨਹੀਂ ਜੀ ਫਲਾਣਾ ਸਿੰਘ। ਮਾਂ ਨਾਂ ਕੀ ਹੈ, ਫਲਾਣੀ ਕੌਰ, ਕੌਰ ਲਾਉਂਦੇ ਨਾਲ ਆਪਾਂ। ਸੰਤਾਨ, ਕਦੇ ਜੀਵਨ ਵਿਉਰਾ ਪੜਿਓ, ਉਹਦੇ ਤੇ ਲਿਖਿਆ ਹੁੰਦਾ, ਜਿੱਥੇ ਸੰਤਾਨ ਲਿਖਿਆ ਆ ਜਾਏ ਨਾ, ਸੰਤਾਨ ਕਿੰਨੇ ਬੱਚੇ ਨੇ, ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਪੁੱਛਦੇ ਹੋਣੇ ਨੇ ਕੀ ਨਾਮ ਹੈ ਜੀ ਪਿਤਾ ਦਾ। ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ। ਅੱਛਾ, ਘਰ ਵਾਲੀ ਗੁਜਰ ਕੌਰ ਹੈ। ਸੰਤਾਨ ਬੱਚੇ ਕਿੰਨੇ ਨੇ, ਕਿੰਨੇ ਮਾਣ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੋਣਗੇ ਇੱਕ ਹੀ ਹੈ ਜੀ, ਇੱਕੇ ਪੁੱਤਰ ਹੈ, ਬਸ ਇੱਕ ਪੁੱਤਰ ਹੈ। ਕੀ ਨਾਮ ਹੈ ਜੀ, ਕਿੰਨੇ ਮਾਣ ਨਾਲ ਕਹਿੰਦੇ ਹੋਣਗੇ ਗੋਬਿੰਦ ਸਿੰਘ, ਇੱਕੇ ਪੁੱਤਰ ਹੈ ਜੀ ਗੋਬਿੰਦ ਸਿੰਘ। ਗੁਰਮੁਖੋ, ਆਪਣੇ ਇਦਾਂ ਦੇ ਬਣੀਏ, ਸਾਡੇ ਮਾਂ ਪਿਓ ਦਾ ਸਾਡੇ ਕਰਕੇ ਸਿਰ ਨੀਵਾਂ ਨਾ ਹੋ ਜੇ। ਇਦਾਂ ਦੇ ਆਪਾਂ ਕੰਮ ਕਰੀਏ। ਸ਼ੀਸ਼ੇ ਵਿੱਚ ਖਲੋ ਕੇ ਆਪਣੇ ਵੱਲ ਵੇਖ ਕੇ ਸਾਨੂੰ ਨੀਵੀਂ ਨਾ ਪਾਉਣੀ ਪੈ ਜੇ। ਇਦਾਂ ਦੇ ਕੰਮ ਨਾ ਕਰੀਏ ਆਪਾਂ। ਮਹਾਂਪੁਰਸ਼ ਦੱਸਦੇ ਸੀ, ਕਹਿੰਦੇ ਉਹ ਫਤਿਹਗੜ੍ਹ ਸਾਹਿਬ ਜਦੋਂ ਗਏ ਨਾ, ਉਹ ਪਿੱਛੇ ਜਾਂਦੇ ਨੇ, ਅੱਗੇ ਟਰਾਲੀ ਜਾਂਦੀ ਹੈ, ਟਰਾਲੀ ਦੇ ਵਿੱਚ 5-7 ਨੌਜਵਾਨ ਨਾ ਜਾਂਦੇ ਕਿੱਥੇ ਨੇ, ਸਭਾ ਦੇ ਉੱਤੇ ਮੱਥਾ ਟੇਕਣ ਵਾਸਤੇ। ਉਹ ਜਾਂਦੇ ਨੇ ਟਰਾਲੀ ਦੇ ਵਿੱਚ 7-8 ਮੁੰਡੇ ਤਾਸ਼ ਖੇਡਦੇ ਜਾਂਦੇ ਨੇ, ਤਾਸ਼ ਖੇਡਦੇ ਜਾਂਦੇ ਨੇ। ਕੀ ਹੈ, ਕੀ ਸੋਚਦੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਬਾਰੇ। ਤਾਸ਼ ਖੇਡਦੇ ਜਾਂਦੇ ਕਿੱਥੇ ਨੇ, ਸਭਾ ਤੇ ਦਰਸ਼ਨ ਕਰਨ ਵਾਸਤੇ। ਉਹ ਟਰਾਲੀ ਤੋਂ ਥੋੜਾ ਜਿਹਾ ਗੱਡੀ ਅੱਗੇ ਗਈ, ਕੀ ਵੇਖਦੇ ਨੇ, 20-25 ਨੌਜਵਾਨ ਹੱਥ ਦੇ ਵਿੱਚ ਰੰਗੀਨ ਤਿਰੰਗੇ, ਕੇਸਰੀ ਝੰਡੇ, ਕੇਸਰੀ ਨਿਸ਼ਾਨ ਸਾਹਿਬ ਫੜ ਕੇ ਨੰਗੇ ਪੈਰੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਨੇ। ਉਹ ਵੀ ਕਿੱਥੇ ਜਾਂਦੇ ਨੇ, ਸਭਾ ਤੇ। ਜਾਣ ਵਿੱਚ ਅੰਤਰ ਹੈ, ਸੁਣਨ ਵਿੱਚ ਅੰਤਰ ਹੈ, ਬਹਿਣ ਵਿੱਚ ਅੰਤਰ ਹੈ। ਗੁਰਮੁਖੋ, ਇਦਾਂ ਦੇ ਨਾ ਬਣੀਏ ਜਿਹਦੇ ਕਰਕੇ ਸਾਡੇ ਮਾਂ ਪਿਓ ਨੂੰ ਸਾਡੇ ਕਰਕੇ ਨੀਵੀਆਂ ਪਾਉਣੀਆਂ ਪੈ ਜਾਣ। ਇਦਾਂ ਦੇ ਕੰਮ ਨਾ ਕਰ। ਗੁਰਮੁਖੋ, ਬੁੱਢੜੀ ਮਾਂ ਬੈਠੀ, ਮਾਤਾ ਗੁਜਰ ਕੌਰ ਤੱਕ ਲੈਂਦੀ ਆਪਣੇ ਲਖ ਤੇ ਜਗਰ ਵੱਲ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅੱਗੇ ਬਿਠਾਏ ਗੁਰੂ ਗੋਬਿੰਦ ਸਿੰਘ ਨੇ। ਪਤਾ ਹੈ ਇਹ ਚਿਹਰੇ ਅੱਜ ਮੈਨੂੰ ਦਿਸਣੇ ਨੇ, ਅੱਜ ਤੋਂ ਬਾਅਦ ਇਹ ਚਿਹਰਿਆਂ ਦੇ ਮੈਨੂੰ ਦਰਸ਼ਨ ਨਹੀਂ ਹੋਣੇ, ਮੇਰੇ ਪੁੱਤਰਾਂ ਦੇ ਦਰਸ਼ਨ ਨਹੀਂ ਹੋਣੇ। ਉਹ ਆਖਰੀ ਸਮਾਂ, ਆਖਰੀ ਸਮੇਂ ਤੋਂ ਸਾਧ ਸੰਗਤ ਜੀ ਸਰਸਾ ਦਾ ਵਿਛੋੜਾ, ਸਰਸਾ ਪਾਰ ਕੀਤੀ। 40 ਸਿੰਘਾਂ ਦੇ ਨਾਲ ਭਾਈ ਦਇਆ ਸਿੰਘ, ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਵੱਲ ਆ ਤੁਰੇ। ਮਾਤਾਵਾਂ ਭਾਈ ਮਨੀ ਸਿੰਘ ਹੋਣਾ ਨਾ ਦਿੱਲੀ ਵੱਲ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਉਹ ਵੀ ਜਾ ਰਹੇ ਨੇ।
ਪੜ੍ਹਦੇ ਹੁੰਦੇ ਸੀ ਬਾਬਾ ਜੀ, ਰਲ ਮਿਲ ਕੇ ਪੜਿਆ ਕਰੋ ਸਾਰੇ। ਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਹਰ ਇੱਕ ਦੇ ਰਸਨਾ ਤੇ ਆਉਣੀ ਚਾਹੀਦੀ ਹੈ ਭਾਈ। ਉਹ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਛੋਟੇ ਛੋਟੇ ਬੱਚਿਆਂ ਦਾ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਛੋਟੇ ਛੋਟੇ ਬੱਚਿਆਂ ਦਾ। ਓ ਵੀਰਾਂ ਨਾਲੋਂ ਜੀ ਵੀਰ ਵਿਛੜੇ, ਵੀਰਾਂ ਨਾਲੋਂ ਜੀ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਵਿਛੜੇ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਵੀਰਾਂ ਨਾਲੋਂ ਵੀਰ ਸਰਸਾ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਣਵਿਧ ਮੋਤੀ ਖਿੜ ਗਏ ਸਾਰੇ ਹੀ। ਉੱਥੇ ਵਿਛੋੜਾ ਪਿਆ। ਦਇਆ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਵਾਜ਼ ਮਾਰਦਾ, ਕਹਿੰਦਾ ਮਹਾਰਾਜ ਜੀ ਛੋਟੇ ਸਾਹਿਬਜ਼ਾਦੇ ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ, ਆਪ ਜੀ ਹੁਕਮ ਕਰੋ ਮੈਂ ਪਿੱਛੇ ਵੇਖ ਆਵਾਂ, ਟੋਲ ਆਵਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘਾ, ਉਹ ਛੋਟੇ ਸਾਹਿਬਜ਼ਾਦਿਆਂ ਦੇ ਤੈਨੂੰ ਜਿੰਨਾ ਚਿਰ ਦਰਸ਼ਨ ਹੋਣੇ ਸੀ ਹੋ ਗਏ, ਪਰ ਹੁਣ ਅੱਜ ਤੋਂ ਬਾਅਦ ਤੈਨੂੰ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨ ਨਹੀਂ ਹੋਣਗੇ। ਹੁਣ ਨਹੀਂ ਹੁੰਦੇ, ਆਜਾ ਰਹਿਣ ਦੇ। ਤੁਰੇ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਮਾਤਾ ਗੁਜਰ ਕੌਰ ਤੁਰੇ ਜਾਂਦੇ ਨੇ, ਨਿੱਕੇ ਨਿੱਕੇ ਸਾਹਿਬਜ਼ਾਦੇ। ਹਿਸਾਬ ਲਾ ਕੇ ਵੇਖਿਓ ਬੱਚਿਆਂ ਵਾਲਿਓ, ਪਰਿਵਾਰਾਂ ਵਾਲਿਓ, 7 ਤੇ 9 ਸਾਲ ਦੀ ਉਮਰ ਕਿੰਨੀ ਹੁੰਦੀ ਭਲਾ। ਛੋਟੇ ਛੋਟੇ ਬੱਚੇ ਸਰਸਾ ਪਾਰ ਕੀਤੇ, ਕੱਪੜੇ ਗਿੱਲੇ। ਹੁਣ ਤੇ ਉਹ ਠੰਡ ਨਹੀਂ ਨਾ ਪੈਂਦੀ, ਹੁਣ ਨਹੀਂ ਉਹ ਸਮਾਂ। ਉਹ ਵੇਲਿਆਂ 'ਚ ਵੇਖੋ ਕਿਹੋ ਜਿਹਾ ਸਮਾਂ ਹੋਣਾ ਹੈ। ਮਾਂ ਨੇ ਇੱਕ ਮਾਤਾ ਗੁਜਰ ਕੌਰ ਨੇ ਇੱਕ ਦੀ ਇਧਰੋਂ ਉਂਗਲ ਫੜੀ ਹੈ ਤੇ ਇੱਕ ਦੀ ਇਧਰੋਂ ਚਲੇ ਜਾਂਦੇ ਨੇ। ਪੈਰ ਗਿੱਲੇ ਨੇ, ਕੱਪੜੇ ਵਸਤਰ ਵੀ ਗਿੱਲੇ ਨੇ। ਠੰਡ ਦਾ ਸਮਾਂ ਹੈ, ਕਿੱਦਾਂ ਦਾ ਉਹ ਮੌਸਮ ਹੋਏਗਾ। ਗੁਰਮੁਖੋ ਥੱਕ ਜਾਂਦੇ ਨੇ, ਤੁਰਦੇ ਤੁਰਦੇ ਥੱਕ ਜਾਂਦੇ ਨੇ ਛੋਟੇ ਛੋਟੇ ਬੱਚੇ। ਓਏ ਆਪਾਂ ਵੀ ਤੇ ਬੱਚਿਆਂ ਨੂੰ ਗੋਦੀ ਚੁੱਕ ਕੇ ਜਾਂਦੇ ਆ, ਭਾਵੇਂ ਥੋੜੀ ਦੂਰ ਜਾਣਾ ਹੋਵੇ।
ਉਹ ਥੱਕ ਜਾਂਦੇ ਨੇ, ਕਿਹਾ ਨਹੀਂ ਜਾਂਦਾ। ਬਾਰ-ਬਾਰ ਬੇਬੇ ਨੂੰ ਪੁੱਛਦੇ ਮਾਤਾ ਗੁਜਰ ਕੌਰ ਨੂੰ, ਦਾਦੀ ਜੀ ਕਿੱਥੇ ਕ ਜਾਵਾਂਗੇ, ਦਿਸਦਾ ਕੁਝ ਹੈ ਨਹੀਂ, ਕਿੰਨੀ ਕੁ ਦੂਰ ਜਾਣਾ ਹੈ। ਮਾਤਾ ਗੁਜਰ ਕੌਰ, ਬੱਚਿਓ ਬੇਬੇ ਜਾਵਾਂਗੇ ਕਿੱਥੇ। ਵੇਖੋ ਇੱਕ ਤੇ ਬੰਦੇ ਦੀ ਮੰਜ਼ਿਲ ਹੁੰਦੀ ਹੈ ਵੀ ਆਪਾਂ ਫਲਾਣੇ ਥਾਂ ਤੇ ਪਹੁੰਚਣਾ ਹੈ, ਜਿਹਦੀ ਮੰਜ਼ਿਲ ਕੋਈ ਨਹੀਂ, ਜਿਹਦਾ ਟਿਕਾਣਾ ਕੋਈ ਨਹੀਂ। ਕੀ ਦਿਲਾਸਾ ਦੇ ਬੱਚਿਆਂ ਨੂੰ। ਬਾਰ-ਬਾਰ ਪੁੱਛਦੇ ਨੇ, ਦਾਦੀ ਜੀ ਕਿੰਨੀ ਕੁ ਦੂਰ ਜਾਣਾ, ਕਿੱਥੇ ਕ ਜਾਵਾਂਗੇ। ਉਂਗਲ ਫੜ ਕੇ ਜਾਂਦੀ ਹੈ ਮਾਤਾ ਗੁਜਰ ਕੌਰ। ਸਾਧ ਸੰਗਤ ਜੀ, ਸਾਹਿਬਜ਼ਾਦੇ ਪੁੱਛਦੇ ਨੇ, ਦਾਦੀ ਜੀ ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਮਾਤਾ ਜਾਵਾਂਗੇ, ਮਾਤਾ ਜਾਵਾਂਗੇ, ਕਿੱਥੇ ਨੂੰ ਮਾਤਾ ਜਾਵਾਂਗੇ। ਕਿੱਥੇ ਨੂੰ ਮਾਤਾ ਜਾਵਾਂਗੇ, ਕਿੱਥੇ ਦਾਦੀ ਜਾਵਾਂਗੇ, ਕਿੱਥੇ ਦਾਦੀ ਜਾਵਾਂਗੇ। ਮਾਤਾ ਜਾਵਾਂਗੇ, ਕਿੱਥੇ ਨੂੰ ਦਾਦੀ ਜਾਵਾਂਗੇ। ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਨੇ ਬੱਚੇ, ਬੇਬੇ ਕਿੱਥੇ ਕ ਜਾਵਾਂਗੇ, ਕਿੰਨੀ ਕੁ ਦੂਰ ਜਾਣਾ ਹੈ। ਮਾਤਾ ਗੁਜਰ ਕੌਰ ਕਹਿੰਦੇ, ਬੱਚਿਓ ਜਿੱਥੇ ਲੈ ਜਾਵੇ ਕਰਤਾਰ, ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਲਾਲੋ ਜਾਵਾਂਗੇ। ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਜਿੱਥੇ ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਲੈ ਜਾਵੇ ਕਰਤਾਰ, ਉੱਥੇ ਨੂੰ ਬੱਚਿਓ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਬੱਚਿਓ ਜਿੱਥੇ ਉਹ ਪ੍ਰਮਾਤਮਾ ਲੈ ਜਾਏਗਾ ਉੱਥੇ ਜਾਵਾਂਗੇ। ਆਪਾਂ ਇੱਕ ਦਿਨ ਉੱਥੇ ਪਹੁੰਚ ਜਾਣਾ ਜਿੱਥੇ ਆ ਸਾਨੂੰ ਫੌਜਾਂ ਤੰਗ ਨਹੀਂ ਕਰਨਗੀਆਂ, ਜਿੱਥੇ ਆ ਸਾਨੂੰ ਟਿੱਡੀ ਦਲ ਤੰਗ ਨਹੀਂ ਕਰੇਗਾ। ਬੱਚਿਓ ਇੱਕ ਦਿਨ ਉੱਥੇ ਪਹੁੰਚ ਜਾਣਾ ਆਪਾਂ। ਚਲਦੇ ਚਲਦੇ ਕੀ ਵੇਖਿਆ, ਸਾਹਮਣੇ ਦੂਰ ਇੱਕ ਛਪਰੀ ਦੇ ਵਿੱਚ ਦੀਵਾ ਬਲਦਾ ਹੈ, ਲਾਲਟੈਨ ਬਲਦੀ ਹੈ। ਸਾਹਿਬਜ਼ਾਦੇ ਕਹਿੰਦੇ, ਬੇਬੇ ਹੋ ਸਾਹਮਣੇ ਇੱਕ ਦੀਵਾ ਬਲਦਾ ਹੈ, ਉੱਥੇ ਚੱਲੀਏ। ਤੁਰਦੇ ਤੁਰਦੇ ਗਏ, ਕੰਮੋ ਮਾਸ਼ਕੀ ਬਣਾ ਕੇ ਕੁੱਲੀ ਕੱਖਾਂ ਦੀ ਸੰਨ ਉਹਦੇ ਵਿੱਚ ਰਹਿੰਦਾ ਹੈ। ਕਰੀਮ ਬਖਸ਼ ਵੀ ਕਈਆਂ ਨੇ ਲਿਖਿਆ ਨਾਂ ਇਤਿਹਾਸ ਦੇ ਵਿੱਚ। ਆਵਾਜ਼ ਮਾਰੀ ਕੁੱਲੀ ਦੇ ਆ ਮਾਲਕਾ, ਬਾਹਰ ਆ ਜਰਾ। ਬੂਆ ਸੀ ਛੋਟਾ ਜਿਹਾ ਖੋਲਿਆ। ਹਾਂਜੀ ਦੱਸੋ, ਅਸੀਂ ਰਾਤ ਕੱਟਣੀ ਹੈ। ਕੌਣ ਹੋ? ਕਰੀਮ ਬਖਸ਼ ਪੁੱਛਦਾ ਹੈ, ਕੌਣ ਹੋ ਜੀ? ਮਾਤਾ ਗੁਜਰ ਕੌਰ ਕਹਿੰਦੀ, ਵੇ ਭਾਈ ਤੂੰ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ ਹੈ? ਆਨੰਦਪੁਰ ਚ ਰਹਿੰਦੇ ਨੇ। ਕੰਮੋ ਮਾਸ਼ਕੀ ਕਹਿੰਦਾ, ਜੀ ਮੇਰੀ ਬੇੜੀ ਪਾਈ ਹੋਈ ਹੈ ਸਤਲੁਜ ਦੇ ਵਿੱਚ, ਸੰਗਤਾਂ ਆਉਂਦੀਆਂ ਨੇ ਮੇਰੀ ਬੇੜੀ ਦੇ ਵਿੱਚ ਸਵਾਰ ਹੋ ਕੇ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਨੇ। ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਕਰਦੇ ਨੇ ਲੋਕ, ਦਰਸ਼ਨ ਕਰਕੇ ਸੰਗਤਾਂ ਆਉਂਦੀਆਂ ਨੇ। ਮੈਂ ਗੱਲਾਂ ਨਾ ਜ਼ਰੂਰ ਸੁਣਿਆ ਪਰ ਦਰਸ਼ਨ ਮੈਨੂੰ ਨਹੀਂ ਹੋਏ, ਦਰਸ਼ਨ ਨਹੀਂ ਹੋਏ। ਵੇ ਭਾਈ ਤੂੰ ਆ ਜਿਹੜੇ ਨਿੱਕੇ ਨਿੱਕੇ ਬੱਚੇ ਵੇਖਣਾ ਨਾ,
ਇਹ ਗੁਰੂ ਗੋਬਿੰਦ ਸਿੰਘ ਜੀ ਦੇ ਲਖ ਤੇ ਜਿਗਰ ਨੇ, ਉਹਨਾਂ ਦੇ ਦਿਲ ਦੇ ਟੋਟੇ ਨੇ, ਉਹਨਾਂ ਦੇ ਬੱਚੇ ਨੇ। ਜਦੋਂ ਇਦਾਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ, ਉਹਨਾਂ ਦੀ ਮਾਂ ਨੀਵਾਂ ਹੋ ਕੇ ਪੈਰੀ ਹੱਥ ਲਾਏ, ਝੁਕ ਕੇ ਡੰਡੌਤ ਕੀਤੀ। ਡੰਡੌਤ ਬੰਦ ਨਾਨਕ ਵਾਰ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ। ਇੱਕ ਪਾਸੇ ਤੇ ਇਹ ਨੇ ਜਿਨ੍ਹਾਂ ਨੇ ਕਦੇ ਦਰਸ਼ਨ ਨਹੀਂ ਕੀਤੇ, ਸਾਹਮਣੇ ਨੇ ਪਿਆਰ ਕੀਤਾ, ਮੁਹੱਬਤ ਕੀਤੀ। ਇੱਕ ਪਾਸੇ ਉਹ ਨੇ ਜਿਹੜੇ ਆਪਣੇ ਕਹਾਉਣ ਵਾਲੇ, ਬਿਪਤ ਪਰੀ ਸਭ ਹੀ ਸੰਗ ਛੱਡਤ ਕਉ ਨਾ ਆਵਤ ਨੇਰਾ। ਇੱਕ ਪਾਸੇ ਉਹ ਨੇ। ਗੁਰਮੁਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਾਛੂਵਾੜੇ ਦੇ ਜੰਗਲਾਂ ਦੇ ਵਿੱਚ ਜਾਣ ਤੋਂ ਪਹਿਲਾਂ ਪਿੰਡ ਬਹਿਲੋਲਪੁਰ ਚ ਗਏ ਸੀ। ਬਹਿਲੋਲਪੁਰ ਪਿੰਡ। ਧੁੰਦ ਬੜੀ ਪੈਂਦੀ ਹੈ, ਰਾਤ ਦਾ ਸਮਾਂ ਹੈ, ਪਜਾਮੀ ਪਾਟੀ ਹੋਈ ਹੈ, ਜੋੜਾ ਨਹੀਂ ਪੈਰਾਂ 'ਚ, ਸਾਦੀ ਦਸਤਾਰ ਹੈ, ਕਿਉਂਕਿ ਕਲੰਗੀ ਤੇ ਸੰਗਤ ਸਿੰਘ ਦੇ ਸਿਰ ਤੇ ਸਜਾਤੀ ਸੀ, ਸਾਦੀ ਦਸਤਾਰ ਹੈ। ਬਹਿਲੋਲਪੁਰ ਪਿੰਡ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਧੁੰਦ ਹੈ, ਹਨੇਰਾ ਬੜਾ ਹੈ। ਅੰਮ੍ਰਿਤ ਵੇਲੇ ਤੁਰੇ ਤੁਰੇ ਨਾ, ਉਦੋਂ ਟੋਬਿਆਂ ਤੇ ਇਸ਼ਨਾਨ ਕਰਦੇ ਸੀ ਲੋਕ। ਇੱਕ ਪੰਡਤ ਟੋਬੇ ਤੇ ਇਸ਼ਨਾਨ ਕਰਦਾ, ਨਹਾਉਂਦਾ ਹੈ ਅੰਮ੍ਰਿਤ ਵੇਲੇ। ਉਹ ਨਹਾਉਂਦਾ ਹੋਇਆ ਰਾਮ 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 ਕਰਦਾ ਹੈ। ਵਾਜਾਂ ਵਾਲੇ ਪਾਤਸ਼ਾਹ ਉਹ ਪੰਡਤ ਕੋਲ ਗਏ, ਕਹਿੰਦੇ ਪੰਡਤ ਜੀ ਇਹ ਪਿੰਡ ਬਹਿਲੋਲਪੁਰ ਹੈ? ਕਹਿੰਦਾ ਜੀ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਪੂਰਨ ਮਸੰਦ ਰਹਿੰਦਾ, ਪੂਰਨ ਮਸੰਦ ਦਾ ਪਿੰਡ ਇਹੀ ਹੈ? ਕਹਿੰਦਾ ਜੀ ਹਾਂ। ਉਹਨੇ ਮਹਾਰਾਜ ਨੂੰ ਨਹੀਂ ਪਛਾਣਿਆ। ਉਹਨੇ ਵੇਖਿਆ ਪੈਰ ਚਿੱਕੜ ਨਾਲ ਲਿਬੜੇ ਪਏ ਨੇ, ਪਾਟੀ ਪਜਾਮੀ ਪਾਟੀ ਪਈ ਹੈ, ਕੋਲ ਸ੍ਰੀ ਸਾਹਿਬ ਹੈ ਮਿਆਨ ਤੋਂ ਬਿਨਾ, ਕਲੰਗੀ ਨਹੀਂ ਸਿਰ ਦੇ ਉੱਤੇ। ਉਹਨੂੰ ਵੇਖ ਕੇ ਤਰਸ ਆ ਗਿਆ। ਉਹ ਮਹਾਰਾਜ ਕਹਿੰਦੇ ਛੱਡ ਆਏਗਾ ਉਹਦੇ ਘਰ? ਉਹ ਕਹਿੰਦਾ ਮੈਂ ਇਸ਼ਨਾਨ ਬਾਅਦ ਚ ਕਰਾਂਗਾ, ਪਹਿਲਾਂ ਤੁਹਾਨੂੰ ਛੱਡ ਆਉਣਾ। ਪੂਰਨ ਮਸੰਦ ਉਹ ਹੈ ਜਿਹੜਾ ਇਲਾਕੇ ਦੀ ਗਰਾਹੀ ਇਕੱਠੀ ਕਰਦਾ ਸੀ, ਆਨੰਦਪੁਰ ਸਾਹਿਬ ਪਹੁੰਚਾਉਂਦਾ ਸੀ, ਜਿਹੜਾ ਵਾਰ-ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੀ ਮਹਾਰਾਜ ਜੀ ਮੇਰੇ ਘਰ ਕਦੇ ਚਰਨ ਪਾਇਓ। ਮਹਾਰਾਜ ਕਹਿੰਦੇ ਕੋਈ ਨਹੀਂ, ਸਮਾਂ ਆਏਗਾ ਤੇਰੇ ਘਰ ਵੀ ਆਵਾਂਗੇ, ਤੇਰੇ ਘਰ ਵੀ ਆਵਾਂਗੇ। ਪੰਡਤ ਅੱਗੇ ਅੱਗੇ ਜਾਂਦਾ, ਇਹਨੇ ਜਾ ਕੇ ਨਾ ਪੂਰਨ ਮਸੰਦ ਉੱਪਰ ਰਹਿੰਦਾ, ਥੱਲੇ ਪਸ਼ੂ ਰੱਖੇ ਨੇ ਹਵੇਲੀ ਉੱਪਰ। ਇਹਦਾ ਇੱਕ ਨੌਕਰ ਹੈ ਜਿਉਣਾ, ਡੰਗਰਾਂ ਦੇ ਵਿੱਚ ਰਹਿੰਦਾ, ਪਸ਼ੂਆਂ ਦੇ ਵਿੱਚ ਮੰਜੀ ਢਾ ਕੇ ਸੌਂਦਾ ਜਿਉਣਾ। ਪੰਡਤ ਨੇ ਜਾ ਕੇ ਬੂਹਾ ਖੜਕਾਇਆ, ਜਿਉਣੇ ਨੇ ਬੂਹਾ ਖੋਲਿਆ, ਇਹਦੇ ਨੌਕਰ ਨੇ ਜਿਉਣੇ ਨੇ। ਕਹਿੰਦਾ ਹਾਂਜੀ ਦੱਸੋ। ਉਹ ਪੰਡਤ ਕਹਿੰਦਾ ਜਿਉਣਿਆ ਆ ਤੁਹਾਡੇ ਘਰ ਕੋਈ ਆਏ ਨੇ, ਤੁਹਾਡਾ ਐਡਰੈਸ ਪੁੱਛਦੇ ਨੇ, ਪੈਰ ਲਿਬੜੇ ਪਏ ਨੇ ਚਿੱਕੜ ਨਾਲ, ਪਜਾਮੀ ਪਾਟੀ ਪਈ ਹੈ, ਇਹ ਤੁਹਾਡਾ ਐਡਰੈਸ ਪੁੱਛਦੇ ਸੀ, ਇਹਨਾਂ ਨੂੰ ਅੰਦਰ ਵਾੜ ਲੈ ਤੇ ਮੈਂ ਚੱਲਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਗਏ, ਪੰਡਤ ਚਲਿਆ ਗਿਆ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਵੱਲ ਜਿਉਣਾ ਵੇਖੀ ਜਾਂਦਾ ਹੈ, ਵੇਖੀ ਜਾਂਦਾ ਹੈ, ਵਾਰ-ਵਾਰ ਵੇਖੀ ਜਾਂਦਾ। ਜਿਹੜਾ ਸਾਰਾ ਦਿਨ ਨਾਮ ਜਪਦਾ ਉਹ ਐਡਾ ਗੁਰੂ ਸਾਡਾ। ਰੰਗ ਲਾਗਤ 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 ਹੈ, ਪਉ ਭਾਗਤ 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 ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ, ਜਿਉਣਾ ਪੁੱਛਦਾ, ਕਹਿੰਦਾ ਜੀ ਕੌਣ ਹੋ ਤੁਸੀਂ? ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਮਾਲਕ ਕਿੱਥੇ ਹੈ? ਕਹਿੰਦਾ ਜੀ ਉੱਤੇ ਸੁੱਤਾ ਪਿਆ, ਸੁੱਤੇ ਪਏ ਹੋਣਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਜੇ ਸੁੱਤਾ ਹੀ ਪਿਆ, ਜਾਂ ਸੱਦ। ਕਹਿੰਦਾ ਜੀ ਮੈਨੂੰ ਦੱਸਣਾ ਪੈਣਾ ਵੀ ਕੌਣ ਆਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਜਾ ਕੇ ਕਹੇ ਆਨੰਦਪੁਰ ਵਾਲਾ ਗੁਰੂ ਗੋਬਿੰਦ ਸਿੰਘ ਆਇਆ ਹੈ, ਜਾ ਕੇ ਕਹੇ ਤੇਰੇ ਮਾਲਕ। ਜਦੋਂ ਏਦਾਂ ਸੁਣਿਆ, ਜਿਉਣਾ ਕਹਿੰਦਾ ਬੜੇ ਗੁਰਸਿੱਖਾਂ ਦੇ ਦਰਸ਼ਨ ਕੀਤੇ ਨੇ, ਬੜੀਆਂ ਰੂਹਾਂ ਵੇਖੀਆਂ ਨੇ, ਅੱਜ ਤੱਕ ਲੈ ਇਦਾਂ ਦੇ ਸਮੇਂ ਵਾਰ-ਵਾਰ ਨਹੀਂ ਆਉਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੈਰਾਂ ਦੇ ਉੱਤੇ ਸਿਰ ਧਰਤਾ ਸੀ ਜਿਉਣੇ ਨੇ।
ਵਾਰ-ਵਾਰ ਸਾਧ ਸੰਗਤ ਜੀ ਪੈਰਾਂ ਦੇ ਉੱਤੇ ਸਿਰ ਧਰ ਕੇ ਨਾ ਮਹਾਰਾਜ ਚਰਨਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਦੇ ਕੰਡੇ ਕੱਢਦਾ ਹੈ, ਨਾਲੇ ਤੇ ਚਰਨ ਸਾਫ਼ ਕਰਦਾ ਹੈ, ਨਾਲੇ ਉੱਚੀ ਉੱਚੀ ਸਾਧ ਸੰਗਤ ਜੀ ਹੰਝੂਆਂ ਦੇ ਨਾਲ ਮਹਾਰਾਜ ਦੇ ਚਰਨ ਧੋ ਦਿੱਤੇ ਨੇ। ਉਹ ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋ ਗਿਆ ਪਿਆਰਿਆਂ ਦਾ। ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਦਾ। ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਦਾ। ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਉਹ ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਦਾ। ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਦਾ। ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਦਾ। ਭਾਗ ਜਾਗੇ ਨੀ ਜਿੰਦੜੀ ਏ ਤੇਰੇ, ਮੇਲਾ ਹੋਇਆ ਪਿਆਰਿਆਂ ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ, ਬਣਾ ਲੈ ਬਾਜਾਂ ਵਾਲਿਆ, ਕਰਨਾ ਤੇ ਹੋਵੇ ਜੀ। ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ, ਕਰਨਾ ਤੇ ਹੋਵੇ ਜੀ। ਆਪਣਾ ਬਣਾ ਲੈ ਬਾਜਾਂ ਵਾਲਿਆ, ਚਰਨਾਂ ਤੇ ਹੋਵੇ ਨਦੀ। ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ, ਚਰਨਾਂ ਦੀ ਮਾਝ ਵੜੀ। ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ, ਚਰਨਾਂ ਤੇ ਹੋਵੇ ਨਦੀ। ਮੈਨੂੰ ਆਪਣਾ ਬਣਾ ਲੈ ਬਾਜਾਂ ਵਾਲਿਆ। ਸਾਧ ਸੰਗਤ ਜੀ ਚਰਨ ਧੋ ਤੇ ਮਹਾਰਾਜ ਦੇ ਹੰਝੂਆਂ ਦੇ ਨਾਲ ਮਹਾਰਾਜ ਹੁਣੇ ਲਿਆਉਣਾ ਬੁਲਾ ਕੇ ਅੱਗ ਥੋੜੀ ਜੀ ਗੀਠੀ ਚ ਵਾਲੀ ਸੀ ਸਤਿਗੁਰਾਂ ਦੇ ਕੋਲ ਕਰਤੀ, ਮਹਾਰਾਜ ਸੇਕ ਲਓ। ਭੱਜਾ ਗਿਆ, ਜਾ ਕੇ ਦਰਵਾਜ਼ਾ ਖੜਕਾਇਆ। ਸਾਧ ਸੰਗਤ ਜੀ ਪੂਰਨ ਮਸੰਦ ਨੂੰ ਕਹਿੰਦਾ ਜੀ ਛੇਤੀ ਆਓ, ਬਾਹਰ ਆਓ, ਜਲਦੀ ਕਰੋ। ਪੂਰਨ ਮਸੰਦ ਨੇ ਨਾ ਛੇਤੀ ਛੇਤੀ ਕੱਪੜੇ ਪਾਏ, ਬੂਹਾ ਖੋਲਿਆ। ਹਾਂ ਦੱਸ ਕੀ ਹੈ? ਉਹ ਕਹਿੰਦਾ ਜੀ ਛੇਤੀ ਆਓ, ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ। ਇਹ ਹੈਰਾਨ ਹੋ ਗਿਆ, ਗੁਰੂ ਗੋਬਿੰਦ ਸਿੰਘ ਆਏ ਨੇ? ਕਹਿੰਦਾ ਹਾਂਜੀ ਗੁਰੂ ਗੋਬਿੰਦ ਸਿੰਘ ਆਏ ਨੇ, ਅੰਦਰ ਭਾਓ। ਅੱਛਾ ਨਾਲ ਕੌਣ ਹੈ? ਕਹਿੰਦਾ ਕੱਲੇ ਹੀ ਨੇ, ਕੱਪੜੇ ਸਾਰੇ ਗਿੱਲੇ ਨੇ, ਕੱਲੀ ਮਿਆਨ ਹੈ, ਸ੍ਰੀ ਸਾਹਿਬ ਹੈ ਮਿਆਨ ਤੋਂ ਬਿਨਾ, ਕਲਗੀ ਕੋਈ ਨਹੀਂ, ਵਸਤਰ ਗਿੱਲੇ ਨੇ। ਆਜੋ ਉਹਨਾਂ ਨੂੰ ਰਜਾਈ ਦੇ ਵਿੱਚ ਭਾਓ, ਪ੍ਰਸ਼ਾਦਾ ਪਾਣੀ ਛਕਾਓ, ਸੇਵਾ ਕਰ ਲੋ। ਇਹ ਤੁਰੇ ਨਾ, ਅੰਦਰ ਖਲੋ ਗਿਆ। ਅੱਛਾ ਤੇ ਤੈਨੂੰ ਕੀ ਪੁੱਛਿਆ ਆ ਕੇ? ਕਹਿੰਦਾ ਮੈਨੂੰ ਪੁੱਛਦੇ ਨੇ ਤੇਰਾ ਮਾਲਕ ਕਿੱਥੇ ਆ। ਫਿਰ ਤੂੰ ਕੀ ਕਿਹਾ? ਕਹਿੰਦਾ ਜੀ ਮੈਂ ਕਿਹਾ ਹੁਣੇ ਲਿਆਉਣਾ ਬੁਲਾ ਕੇ। ਪੂਰਨ ਮਸੰਦ ਕਹਿੰਦਾ ਜਿਉਣਿਆ ਓਏ ਏਦਾਂ ਤਾਂ ਕਿਉਂ ਕਿਹਾ? ਮੈਂ ਘਰੇ ਆ, ਤੂੰ ਇਹ ਕਹਿਣਾ ਸੀ ਮੈਂ ਘਰੇ ਹੀ ਨਹੀਂ, ਏਦਾਂ ਕਹਿ ਦਿੰਦਾ। ਤੂੰ ਇਹ ਕਹਿਣਾ ਸੀ ਮੈਂ ਘਰ ਨਹੀਂ।
ਜਿਉਣਾ ਹੈਰਾਨ ਹੋ ਗਿਆ, ਮੂੰਹ ਵੱਲ ਵੇਖੀ ਜਾਂਦਾ ਵੀ ਖੇਡ ਕੀ ਵਰਤ। ਉਹ ਤਾਂ ਭੱਜਾ ਗਿਆ ਵੀ ਉਹਨਾਂ ਨੂੰ ਚਾਅ ਚੜ ਜਾਣਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਬਾਰੇ ਦੱਸਣਾ ਹੈ। ਕਹਿੰਦਾ ਜੇ ਤਾਂ ਕਹੀ ਦਿੱਤਾ ਨਾ ਵੀ ਅੰਦਰ ਉੱਥੇ ਸੁੱਤੇ ਪਏ ਨੇ, ਆਰਾਮ ਕਰਦੇ ਨੇ, ਅੰਦਰ ਨੇ, ਜਿਉਣਿਆ ਸਿੱਧਾ ਹੀ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਵੀ ਤੁਹਾਡੇ ਸਾਨੂੰ ਦਰਸ਼ਨਾਂ ਦੀ ਲੋੜ ਨਹੀਂ, ਸਾਨੂੰ ਤੁਹਾਡੀ ਕੋਈ ਲੋੜ ਨਹੀਂ, ਸਾਨੂੰ ਦਰਸ਼ਨਾਂ ਦੀ ਲੋੜ ਹੋਏਗੀ ਅਸੀਂ ਆਪੇ ਆਨੰਦਪੁਰ ਸਾਹਿਬ ਆ ਕੇ ਦਰਸ਼ਨ ਕਰ ਲਾਂਗੇ। ਉਹਨਾਂ ਨੂੰ ਜਾ ਕੇ ਸਿੱਧਾ ਹੀ ਕਹਿ ਦੇ ਜਗਣ ਦੀ ਲੋੜ ਨਹੀਂ, ਸਾਡੇ ਘਰੋਂ ਚਲੇ ਜਾਓ, ਤੁਹਾਡੇ ਮਗਰ ਫੌਜਾਂ ਲੱਗੀਆਂ ਨੇ, ਸਾਨੂੰ ਪਰੇਸ਼ਾਨੀ ਹੋਏਗੀ। ਸਿੱਧਾ ਹੀ ਜਾ ਕੇ ਕਹਿ ਦੇ। ਸਾਧ ਸੰਗਤ ਜੀ, ਜਿਉਣਾ ਨਾ ਉਹਨੇ ਕੁੰਡੀ ਬੰਦ ਕਰ ਲਈ, ਜਿਉਣਾ ਢਿੱਲਾ ਜਿਹਾ ਮੂੰਹ ਬਣਾ ਕੇ ਆਉਂਦਾ ਹੈ, ਢਿੱਲਾ ਜਿਹਾ ਮੂੰਹ। ਇਹ ਸਾਨੂੰ ਸਿਖਾਇਆ ਹੈ, ਧੰਨਵਾਜਾਂ ਵਾਲਿਆਂ ਨੇ ਸਾਨੂੰ ਸਿਖਾਇਆ। ਕਹਿੰਦੇ ਗੁਰਸਿੱਖਾ ਓਏ ਤੇ ਵਿਪਤਾ ਦੇ ਸਮੇਂ 'ਚ ਮੇਰੇ ਨਹੀਂ ਬਣੇ, ਤੇਰੇ ਕੀ ਬਣ ਜਾਣਗੇ, ਤੇਰੇ ਕਿੱਥੋਂ ਬਣਨਗੇ। ਜਿਉਣਾ ਢਿੱਲਾ ਜਿਹਾ ਮੂੰਹ ਕਰਕੇ ਹਵੇਲੀ ਤੋਂ ਥੱਲੇ ਆਉਂਦਾ ਹੈ। ਮਹਾਰਾਜ ਨੇ ਆਵਾਜ਼ ਮਾਰੀ, ਉਹ ਵੇਖਦਾ ਮੈਂ ਕਿੱਦਾਂ ਕਵਾਂਗਾ ਮਹਾਰਾਜ ਨੂੰ ਜਾ ਕੇ, ਪਰ ਇੱਧਰ ਤੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ। ਤਨ ਕਲਗੀਆਂ ਵਾਲੇ ਕਹਿੰਦੇ ਜਿਉਣ ਜੋਗਿਆ ਜਿਉਣਿਆ, ਓਏ ਆ ਜਾ, ਮੈਂ ਸਾਰਾ ਹੀ ਸੁਣ ਲਿਆ ਹੈ, ਆ ਜਾ, ਤੈਨੂੰ ਦੱਸਣ ਦੀ ਲੋੜ ਨਹੀਂ, ਆ ਜਾ। ਜਿਉਣਾ ਤੇ ਰੋਇਆ ਬੜਾ, ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਮੈਂ ਕਦੇ ਰੱਬ ਤੇ ਗਿਲਾ ਨਹੀਂ ਕੀਤਾ, ਕਦੇ ਵੀ ਰੱਬ ਤੇ ਮੈਂ ਸ਼ੰਕਾ ਨਹੀਂ ਕੀਤਾ, ਪਰ ਅੱਜ ਮੈਂ ਰੱਬ ਤੇ ਗਿਲਾ ਕਰਦਾ। ਮਹਾਰਾਜ ਜੀ ਮੈਂ ਤੇ ਹਾਂ ਪੂਰਨ ਚੰਦ ਦਾ ਨੌਕਰ, ਅੱਜ ਪਤਾ ਲੱਗਾ ਹੈ ਇਹ ਇਲਾਕੇ ਦੇ ਵਿੱਚੋਂ ਅਗਰਾਈ ਇਕੱਠੀ ਕਰਦਾ ਸੀ, ਅੱਧੀ ਆਨੰਦਪੁਰ ਸਾਹਿਬ ਪਹੁੰਚਾਉਂਦਾ ਸੀ, ਅੱਧੀ ਆਪ ਖਾ ਜਾਂਦਾ ਸੀ। ਅੱਜ ਜਦੋਂ ਬਾਜਾਂ ਵਾਲਿਆਂ ਤੇ ਭੀੜ ਦਾ ਸਮਾਂ ਆਇਆ, ਵਿਪਤਾ ਦਾ ਸਮਾਂ ਆਇਆ, ਓਏ ਅੱਜ ਤੂੰ ਕਹਿੰਦਾ ਸਾਡੇ ਘਰੋਂ ਚਲੇ ਜਾਓ। ਮਹਾਰਾਜ ਜੀ ਮੇਰੇ ਕੋਲ, ਮੈਂ ਗਰੀਬ ਹਾਂ ਬੜਾ, ਮੇਰੇ ਕੋਲ ਮਾਇਆ ਕੋਈ ਨਹੀਂ, ਪੈਸਾ ਕੋਈ ਨਹੀਂ, ਅੱਜ ਮੈਂ ਰੱਬ ਤੇ ਗਿਲਾ ਕਰਦਾ। ਜੇ ਅੱਜ ਰੱਬ ਨੇ ਮੈਨੂੰ ਛੱਪਰੀ ਵੀ ਦਿੱਤੀ ਹੁੰਦੀ ਨਾ, ਮੈਂ ਤੁਹਾਨੂੰ ਉਹਦੇ ਵਿੱਚ ਲੈ ਜਾਣਾ ਸੀ, ਮੇਰੇ ਕੋਲ ਘਰ ਕੋਈ ਨਹੀਂ। ਜਿਉਣਾ ਕਹਿੰਦਾ ਮਹਾਰਾਜ ਕਿਰਪਾ ਕਰੋ, ਉਸ ਦਿਨ ਤੋਂ ਹੀ ਜਿਉਣੇ ਦੀ ਡਿਊਟੀ ਛੱਡ ਦਿੱਤੀ ਸੀ। ਕਹਿੰਦਾ ਤੂੰ ਮੇਰੇ ਗੁਰੂ ਦਾ ਨਹੀਂ ਬਣਿਆ, ਮੇਰਾ ਕੀ ਬਣੇਗਾ। ਉਹ ਜਿਨ੍ਹਾਂ ਨੂੰ ਕੰਧੇੜੇ ਚੁੱਕੀ ਫਿਰਦਾ ਨਾ ਯਾਰ ਬਣਾ ਕੇ ਵੀ ਮੇਰੇ ਯਾਰ ਨੇ, ਜਿਨ੍ਹਾਂ ਨਾਲ ਮੋਟਰਸਾਈਕਲ ਤੇ ਗੇੜੀਆਂ ਲਾਉਣਾ, ਜਿਨ੍ਹਾਂ ਨੂੰ ਬਿਠਾ ਬਿਠਾ ਕੇ ਹੋਟਲਾਂ 'ਚ ਚਾਹਾਂ ਪਿਲਾਉਣਾ ਵੀ ਤੂੰ ਮੇਰਾ ਯਾਰ ਹੈ, ਉਹ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ ਬਣਦੇ, ਸਾਡੇ ਕਿੱਥੋਂ ਬਣ ਜਾਣਗੇ। ਗੁਰਮੁਖੋ ਇਹ ਤੇ ਉਹਨੇ, ਇਹਨਾਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਨਾ ਲਾਂਬੂ ਲਾ ਕੇ, ਤੀਲੀ ਲਾ ਕੇ, ਜਦੋਂ ਕੋਈ ਮਰ ਜਾਂਦਾ ਨਾ ਐਕਸੀਡੈਂਟ ਨਾਲ ਘਰੇ ਲਿਆਉਂਦਾ, ਆਪਾਂ ਕਈ ਵਾਰੀ ਕਹਿੰਦੇ ਨਹੀਂ ਵੀ ਤੂੰ ਯਾਰ ਦੋਸਤ ਹੈ, ਤੂੰ ਕਰੀਬੀ ਦਾ, ਤੂੰ ਇਹਦੇ ਕੱਪੜੇ ਬਦਲ ਦੇ, ਓਏ ਕੋਈ ਨਹੀਂ ਬਦਲਦਾ, ਦੂਰ ਹੋ ਜਾਂਦੇ ਨੇ। ਸਾਬਣ ਨਾਲ ਵਾਰ-ਵਾਰ ਹੱਥ ਧੋਂਦੇ ਨੇ, ਜਾਂਦੀ ਵਾਰ ਡਰਾਉਣਾ ਬਣਿਓ, ਹੱਥ ਨਹੀਂ ਲਾਉਂਦੇ ਡਰਦੇ। ਓਏ ਜਿੰਨਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਘਰ ਦੇ। ਸਾਬਣ ਨਾਲ ਹੱਥ ਧੋ ਧੋ ਕੇ ਪਿੱਛੇ ਜਾਣਗੇ, ਅਰਥੀ ਤੋਂ ਪਿੱਛੇ ਜਾਣਗੇ, ਸ਼ਮਸ਼ਾਨ ਘਾਟ ਦੇ ਵਿੱਚ ਲਾ ਕੇ ਨਾ ਲਾਂਬੂ ਅੱਗ ਲਾ ਕੇ, ਉੱਥੇ 2 ਮਿੰਟ ਵੀ ਨਹੀਂ ਕੋਈ ਖਲਾਉਂਦਾ ਵੀ ਅਸੀਂ ਚੱਲੇ ਆ, ਆਪਣਾ ਖਿਆਲ ਰੱਖੀ। ਇਹ ਤੇ ਉਹ ਨੇ, ਕੋਈ ਨਹੀਂ ਬਣਦਾ ਵੇਲੀ ਵਿਪਤਾ ਦੇ ਸਮੇਂ, ਸਭ ਨੇ ਸਾਥ ਛੱਡ ਜਾਣਾ। ਪੜ੍ਹਦੇ ਸੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਧਾਰਨਾ ਪੜ੍ਹਦੇ ਸੀ, ਉਹ ਤੈਨੂੰ ਵਿਪਤਾ ਪਈ ਤੇ ਛੱਡ ਜਾਣਗੇ, ਉਹ ਜਿਨ੍ਹਾਂ ਨੂੰ ਬਣਾਉਣਾ ਆਪਣੇ, ਵਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਵਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ। ਵਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਉਣਾ ਆਪਣੇ।
ਸਾਥ ਛੱਡ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਘੁੱਟ ਕੇ ਗਲਵਕੜੀ ਪਾ ਲਈ, ਕਹਿੰਦੇ ਜਿਉਣਿਆ ਓਏ ਤਕੜਾ ਹੋ। ਇਹੋ ਜਿਹੇ ਸਮਿਆਂ ਤੇ ਹੀ ਪਤਾ ਲੱਗਦਾ ਹੁੰਦਾ ਕੌਣ ਆਪਣਾ ਤੇ ਕੌਣ ਬਗਾਨਾ। ਕਰੜਾ ਹੋ, ਰੋ ਨਾ। ਗੁਰਮੁਖੋ ਉਹਨੇ ਸਵੇਰੇ ਖੂਹ ਲਾਉਣਾ ਸੀ, ਅੱਗ ਪਾ ਕੇ ਨਾ ਟਿੰਡ ਦੇ ਵਿੱਚ ਅੱਗ ਪਾ ਕੇ ਮੁੰਜ ਦੀ ਰੱਸੀ ਬੰਨ੍ਹ ਦਿੱਤੀ। ਮਹਾਰਾਜ ਨੇ ਉਹਦੀ ਭਾਵਨਾ ਦੀ ਕਦਰ ਕੀਤੀ। ਮਹਾਰਾਜ ਜਿੱਥੇ ਤੱਕ ਜਾਓਗੇ ਨਾਲ ਰੱਖਿਓ, ਅੱਗ ਨਿੱਘ ਮਿਲਦਾ ਰਹੇਗਾ, ਨਾਲ ਲੈ ਜਾਓ। ਕਲੰਗੀਆਂ ਵਾਲੇ ਨੰਗੇ ਪੈਰ ਉਵੇਂ ਟਿੰਡ ਫੜ ਕੇ ਨਾ ਮੁੰਜ ਦੀ ਰੱਸੀ, ਫਿਰ ਮਾਛੂਆੜੇ ਉਹੀ ਟਿੰਡ ਦਾ ਸਰਾਣਾ ਲਾ ਕੇ ਬਾਜਾਂ ਵਾਲੇ ਮਾਛੂਆੜੇ ਜੰਗਲਾਂ 'ਚ ਸੁੱਤੇ ਸੀ, ਉਹੀ ਆਰਾਮ ਕੀਤਾ। ਇੱਧਰ ਇਹ ਉਧਰ ਕੰਮੋ ਮਾਸ਼ਕੀ ਸਾਰੀ ਰਾਤ ਮਾਤਾ ਜੀ ਆਰਾਮ ਕਰਦੇ ਨੇ, ਸਾਹਿਬਜ਼ਾਦੇ ਨਾਲ ਨੇ। ਕੰਮੋ ਮਾਸ਼ਕੀ ਨਾ ਬਾਹਰ ਬਹਿ ਕੇ ਠੰਡ ਦੇ ਵਿੱਚ, ਧੁੰਦ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਨੂੰ ਕੋਸਦਾ ਰਿਹਾ। ਕਹਿੰਦਾ ਮਾਤਾ ਜੀ ਤੁਹਾਡਾ ਘਰ ਹੈ, ਜਿੰਨਾ ਚਿਰ ਮਰਜ਼ੀ ਰਹੋ, ਤੁਹਾਡਾ ਹੈ। ਉੱਥੇ ਨੇੜੇ ਇੱਕ ਮਾਤਾ ਸੀ, ਉਹਨੇ ਉਹਦੇ ਤੋਂ ਪ੍ਰਸ਼ਾਦਾ ਪਕਾ ਕੇ ਲਿਆਇਆ, ਸੇਵਾ ਕੀਤੀ। ਜਦੋਂ ਸਵੇਰ ਹੋਈ ਨਾ, ਧੰਨ ਮਾਤਾ ਗੁਜਰ ਕੌਰ ਕਹਿੰਦੇ ਵੇ ਭਾਈ ਵੇਖ ਕੇ ਆਖਾਂ ਵਾਲ ਕਿਤੇ ਮੇਰਾ ਪੁੱਤਰ ਮਿਲ ਪਵੇ, ਅਸੀਂ ਖਾਲਸੇ ਤੋਂ ਵਿਛੜ ਗਏ ਆ। ਵੇਖ ਕੇ ਆ ਕਿਤੇ ਖਾਲਸਾ ਮਿਲ ਪਵੇ, ਦੁਬਾਰੇ ਖਾਲਸੇ ਨੂੰ ਮਿਲ ਸਕੀਏ। ਵੇਖ ਕੇ ਆ ਜਾ ਕੇ ਇਹ ਫਿਰਦਾ ਰਿਹਾ। ਇਹਨੂੰ ਨਾ ਹੋਰ ਤੇ ਕੋਈ ਮਿਲਿਆ ਨਹੀਂ, ਸਾਧ ਸੰਗਤ ਜੀ ਗੰਗੂ ਮਿਲਿਆ, ਬ੍ਰਾਹਮਣ ਗੰਗੂ। ਕਈਆਂ ਨੇ ਲਿਖਿਆ ਵੀ ਗੰਗੂ ਆਨੰਦਪੁਰ ਸਾਹਿਬ ਰਸੋਈਆ ਹੈ, ਕਈਆਂ ਨੇ ਲਿਖਿਆ ਹੈ। ਪਰ ਕਈ ਇਤਿਹਾਸਕਾਰਾਂ ਨੇ ਨਵੀਆਂ ਖੋਜਾਂ, ਬੀਬੀ ਲక్ష్ਮੀ ਉਹਨਾਂ ਵੇਲਿਆਂ ਦੇ ਸਮਕਾਲੀ, ਉਹਨਾਂ ਵੇਲਿਆਂ ਦੇ, ਉਹਨਾਂ ਨੇ ਲਿਖਿਆ ਵੀ ਜਿਹੜਾ ਗੰਗੂ ਸੀ ਇਹ ਆਨੰਦਪੁਰ ਰਸੋਈਆ ਨਹੀਂ ਸੀ, ਆਨੰਦਪੁਰ ਦਾ ਨਹੀਂ ਸੀ ਰਸੋਈਆ। ਇਹ ਸਹੇੜੀ ਦੇ ਦੋ ਸੇਠ ਨੇ, ਸਹੇੜੀ ਦੇ, ਇਹ ਉਹਨਾਂ ਦਾ ਰਸੋਈਆ। ਪਤਾ ਇਹਨੂੰ ਸਾਰਾ ਸੀ ਆਨੰਦਪੁਰ ਸਾਹਿਬ ਬਾਰੇ, ਪਤਾ ਸਾਰਾ ਹੈ। ਇਹਨੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਾਹਿਬਜ਼ਾਦੇ ਨੇ ਪਹਿਲਾਂ ਤੇ ਸਰਦਾ ਬਣੀ ਥੋੜੀ ਜੀ, ਆਇਆ ਮਾਤਾ ਜੀ ਮੇਰੇ ਘਰ ਚੱਲੋ, ਮੇਰਾ ਘਰ ਹੋਇਆ ਤੁਹਾਡਾ ਘਰ ਹੋਇਆ, ਗੱਲ ਇੱਕ ਹੀ ਹੈ, ਆ ਜਾਓ ਮੇਰੇ ਨਾਲ ਚੱਲੋ ਘਰ। ਜਦੋਂ ਮਾਤਾ ਜੀ ਜਾਣ ਲੱਗੇ ਨਾ, ਮਾਤਾ ਜੀ ਦੇ ਕੋਲ ਇੱਕ ਮੋਹਰਾਂ ਦੀ ਥੈਲੀ ਹੈ, ਖੁਰਜੀ ਛੋਟੀ ਜੀ, ਖਜ਼ਾਨਾ ਹੈ। ਉਹਨਾਂ ਨੇ ਜਾਣ ਲੱਗੇ ਨਾ 5 ਮੋਹਰਾਂ ਕੰਮੋ ਮਾਸ਼ਕੀ ਨੂੰ ਦਿੱਤੀਆਂ, ਹੱਥ ਜੋੜ ਕੇ ਖਲੋ ਗਿਆ, ਮਾਤਾ ਜੀ ਮੈਂ ਪੈਸੇ ਨਹੀਂ ਲੈਣੇ, ਮੈਂ ਨਹੀਂ ਲੈਣੀ ਮਾਇਆ। ਨਹੀਂ ਪੁੱਤਰਾ ਰੱਖ ਲੈ, ਤੂੰ ਸੇਵਾ ਕੀਤੀ ਹੈ। 2 ਮੋਹਰਾਂ ਫਿਰ ਉਹ ਬੀਬੀ ਨੂੰ ਦਿੱਤੀਆਂ ਜਿੱਥੋਂ ਪ੍ਰਸ਼ਾਦਾ ਪਕਾ ਕੇ ਲਿਆਇਆ ਹੈ। ਇਹ ਗੰਗੂ ਨੇ ਵੇਖੀ ਮਾਇਆ ਤੇ ਸਾਧ ਸੰਗਤ ਜੀ ਬਸ ਸ਼ਰਧਾ ਬਣੀ ਸੀ, ਮਨ 'ਚ ਪਾਪ ਆ ਗਿਆ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਸਾਧ ਸੰਗਤ ਜੀ ਚਲਿਆ ਗਿਆ ਘਰ, ਆਪਣੀ ਮਾਂ ਨੂੰ ਜਾ ਕੇ ਕਹਿੰਦਾ ਇਤਿਹਾਸ ਵਿੱਚ ਸੋਭੀ ਨਾਂ ਲਿਖਿਆ, ਸੋਭੀ ਮਾਤਾ ਗੁਰੂ ਗੋਬਿੰਦ ਸਾਹਿਬ ਜੀ ਦੇ ਬੱਚੇ ਨੇ ਛੋਟੇ, ਉਹਨਾਂ ਦੀ ਮਾਤਾ ਹੈ। ਅੱਛਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ, ਵੇ ਗੰਗਿਆ ਕਿੰਨੇ ਸੋਹਣੇ ਲੱਗਦੇ ਨੇ। ਮਾਤਾ ਸੋਹਣਿਆਂ ਨੂੰ ਛੱਡ, ਆ ਫੜ ਜ਼ਹਿਰ ਦੀ ਡਲੀ, ਪ੍ਰਸ਼ਾਦਾ ਪਕਾ, ਪ੍ਰਸ਼ਾਦੇ 'ਚ ਪਾ ਦੇ, ਇਹਨਾਂ ਦੇ ਕੋਲ ਇੰਨੀ ਮਾਇਆ ਸਾਰੀ ਜ਼ਿੰਦਗੀ ਰਾਜ ਕਰਾਂਗੇ। ਗੰਗੇ ਦੀ ਮਾਂ ਸੋਭੀ ਕਹਿੰਦੀ ਗੰਗਿਆ ਓਏ ਪੁੱਤਰਾ ਇਹ ਪਾਪ ਨਾ ਕਰ, ਇਹ ਪਾਪ ਨਾ ਕਰ। ਨਹੀਂ ਮਾਤਾ ਜੋ ਮੈਂ ਕਹਿਣਾ ਉਹ ਕਰ, ਜ਼ਹਿਰ ਪਾ ਦੇ, ਪ੍ਰਸ਼ਾਦੇ 'ਚ ਮਰ ਜਾਣਗੇ, ਸਾਰੀ ਜ਼ਿੰਦਗੀ ਰਾਜ ਕਰਾਂਗੇ। ਓਏ ਪੁੱਤਰਾ ਤੈਨੂੰ ਸਕੀਮ ਦੱਸ ਦਿੰਦੀਆਂ, ਉਹ ਆਰਾਮ ਕਰਦੇ ਨੇ। ਓਏ ਉਂਝ ਚੱਕ ਲੈ, ਉਹਨਾਂ ਦਾ ਕਿਹੜਾ ਜ਼ੋਰ ਚੱਲਦਾ, ਕੋਈ ਮਾਰਨਾ, ਉਹ ਚੱਕ ਲੈ। ਉਹ ਤੇ ਵਿਫਤਾ ਦੇ ਸਮੇਂ ਸਾਧ ਸੰਗਤ ਜੀ ਵਿਫਤਾ ਦੇ ਮਾਰੇ ਨੇ। ਸੋਭੀ ਨਾਂ ਲਿਖਿਆ ਇਤਿਹਾਸ ਦੇ ਵਿੱਚ, ਸੋਭੀ। ਗੰਗੂ ਦੀ ਮਾਂ ਕਹਿੰਦੀ ਗੰਗਿਆ ਓਏ ਜ਼ਹਿਰ ਤੂੰ ਇਹਨਾਂ ਨੂੰ ਨਹੀਂ ਪਾਉਂਦਾ, ਜ਼ਹਿਰ ਤੇ ਤੂੰ ਖਾਣਾ ਹੈ। ਗੁਰੂ ਘਰ ਦਾ ਪੈਸਾ ਜ਼ਹਿਰ ਹੁੰਦਾ, ਮੋਹਰਾ ਹੁੰਦਾ ਹੈ। ਆਖਿਆ ਸੋਭੀ ਨੇ, ਗੰਗੇ ਦੀ ਮਾਂ ਕਹਿੰਦੀ ਹੈ, ਗੰਗੂ ਦੀ ਮਾਂ ਸੋਭੀ ਨਾਂ ਲਿਖਿਆ, ਪੁੱਤਰਾ ਇਹ ਕੰਮ ਨਾ ਕਰ। ਆਖਿਆ ਸੋਭੀ ਨੇ ਇਹ ਮੋਹਰਾ ਨਾ ਖਾਵੀਂ, ਆਖਿਆ ਸੋਭੀ ਨੇ ਇਹ ਮੋਹਰਾ ਨਾ ਖਾਵੀਂ, ਆਖਿਆ ਸੋਭੀ ਨੇ
ਮਿੰਨਤਾਂ ਮੈਂ ਕਰਦੀ, ਭੁੱਲ ਨਾ ਅੱਗ ਵਿੱਚ ਪਾਵੀਂ। ਮਿੰਨਤਾਂ ਮੈਂ ਕਰਦੀ, ਭੁੱਲ ਨਾ ਅੱਗ ਵਿੱਚ ਪਾਵੀਂ। ਮਿੰਨਤਾਂ ਮੈਂ ਕਰਦੀ। ਸਾਧ ਸੰਗਤ ਜੀ, ਬੇ ਗੰਗਿਆ ਉਂਝ ਤੂੰ ਚੱਕ ਲੈ ਮੋਰਾ, ਪਾਪ ਨਾ ਕਮਾ, ਇਹ ਪਾਪ ਨਾ ਕਮਾ। ਪਰ ਨਾ ਹਟਿਆ, ਚੱਕ ਲਈ ਥੈਲੀ ਮੋਹਰਾ ਵਾਲੀ ਖੁਰਜੀ ਚੱਕ ਲਈ। ਜਦੋਂ ਸਵੇਰ ਆਰਾਮ ਕੀਤਾ ਨਾ ਮਾਤਾ ਨੇ, ਆਰਾਮ ਕਰਕੇ ਆਵਾਜ਼ ਮਾਰਦੀ ਐ, ਬੇ ਪੁੱਤ ਗੰਗਿਆ, ਓਏ ਪੁੱਤਰਾ ਮੋਹਰਾ ਵਾਲੀ ਖੁਰਜੀ ਸਾਂਭ ਕੇ ਰੱਖੀ ਕਿਤੇ। ਕਹਿੰਦਾ ਨਾਲੇ ਮੈਂ ਤੁਹਾਨੂੰ ਘਰ 'ਚ ਪਨਾਹ ਦਿੱਤੀ, ਨਾਲੇ ਚੋਰ ਬਣਾਉਂਦੇ ਹੋ, ਮੇਰੇ ਤੇ ਇਲਜ਼ਾਮ ਲਾਉਂਦੇ ਹੋ। ਬੇ ਗੰਗਿਆ, ਓਏ ਪੁੱਤਰਾ ਮਾਵਾਂ ਤੇ ਪੁੱਤਰਾਂ ਦਾ ਕਿਹੜਾ ਕੁਝ ਵੰਡਿਆ ਹੁੰਦਾ, ਤੇਰੇ ਕੋਲ ਹੋਈ ਤੇ ਭਾਵੇਂ ਮੇਰੇ ਕੋਲ ਹੋਈ, ਇੱਕੇ ਗੱਲ ਹੈ। ਪਰ ਰੌਲਾ ਨਾ ਪਾ, ਓਏ ਪੁੱਤਰਾ ਰੌਲਾ ਨਾ ਪਾ। ਨਾ ਹਟਿਆ, ਕਹਿੰਦਾ ਮੈਂ ਤੇ ਤੁਹਾਨੂੰ ਫੜਾਵਾਂਗਾ, ਤੁਸੀਂ ਮੇਰੇ ਤੇ ਇਲਜ਼ਾਮ ਲਾਤਾ। ਪਿੰਡ ਦਾ ਚੌਧਰੀ ਸੱਦਿਆ, ਇਤਿਹਾਸ ਲੰਮਾ ਹੈ, ਮੈਂ ਸੰਖੇਪ ਵਿੱਚ ਵਿਚਾਰ ਕਰ ਦੇਣੀ ਹੈ। ਪਿੰਡ ਦਾ ਸੱਦ ਕੇ ਨਾ ਚੌਧਰੀ ਉਹਨੂੰ ਕਹਿੰਦਾ, ਗੁਰੂ ਦੇ ਸਾਹਿਬਜ਼ਾਦੇ ਨੇ, ਮਾਤਾ ਗੁਜਰ ਕੌਰ, ਇਹਨਾਂ ਨੂੰ ਸਾਂਭ ਲੈ, ਮੈਂ ਚੱਲਿਆ ਮਰਿੰਡੇ। ਜਾਨੀ ਖਾਂ ਮਾਨੀ ਖਾਂ ਫੌਜਾਂ ਨੂੰ ਚੜਾ ਲਾਇਆ ਆ। ਕਹਿੰਦਾ ਮੇਰੇ ਘਰ ਲੁਕੇ ਨੇ, ਆ ਕੇ ਫੜ ਲੋ। ਉਹ ਬੜਾ ਸਮਝਾਇਆ, ਬੱਚਿਆ ਗੰਗਿਆ ਇਹ ਪਾਪ ਨਾ ਕਰ। ਓਏ ਛੋਟੇ ਛੋਟੇ ਬੱਚੇ ਨੇ, ਇਹਨਾਂ ਨੇ ਤੇਰਾ ਕੀ ਵਿਗਾੜਿਆ, ਇਹਨਾਂ ਤੇ ਤਰਸ ਖਾ। ਨਹੀਂ ਹਟਿਆ, ਆਗੇ ਜਾਨੀ ਖਾਂ ਮਾਨੀ ਖਾਂ ਪਹਿਲਾਂ ਮਰਿੰਡੇ ਫੜ ਕੇ ਲੈ ਕੇ ਗਏ। ਕੱਲਾ ਸਰੰਦ ਆ ਕੇ ਤਸੀਹੇ ਨਹੀਂ ਦਿੱਤੇ, ਮਰਿੰਡੇ ਵੀ ਬਹੁਤ ਤਸੀਹੇ ਦਿੱਤੇ ਗਏ ਨੇ ਵੀ ਉੱਥੇ ਪਹੁੰਚਣ ਤੋਂ ਪਹਿਲਾਂ ਇਹਨਾਂ ਨੂੰ ਬਣਾ ਲਈਏ, ਮੁਸਲਮਾਨ ਬਣਨ ਲਈ ਮਜਬੂਰ ਕਰੀਏ, ਸੂਬੇ ਤੋਂ ਨਾਮ ਮਿਲੇਗਾ। ਗੁਰਮੁਖੋ ਉੱਥੇ ਬਹੁਤ ਤਸ਼ੱਦਦ ਕੀਤਾ ਗਿਆ। ਜਦੋਂ ਨਾ ਮੰਨੇ ਫਿਰ ਸਰਹੰਦ ਲੈ ਕੇ ਆਏ। ਸਰਹੰਦ ਵੀ ਪਤਾ ਕਿਵੇਂ ਲੈ ਕੇ ਆਏ, ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਰੱਥਾਂ ਦੇ ਵਿੱਚ ਵਹਾ ਕੇ, ਗੱਡਿਆਂ ਤੇ ਵਹਾ ਕੇ ਲੈ ਕੇ ਆਏ ਨੇ, ਪਰ ਨਹੀਂ। ਕਈਆਂ ਨੇ ਲਿਖਿਆ ਖੱਚਰਾਂ ਦੇ ਵਿੱਚ ਨਾ, ਖੱਚਰਾਂ ਤੇ ਖੁਰਜੀਆਂ ਬਣਾ ਕੇ ਸਾਹਿਬਜ਼ਾਦਿਆਂ ਨੂੰ ਨਿੱਕੀਆਂ ਨਿੱਕੀਆਂ ਬੇੜੀਆਂ ਪਾ ਕੇ, ਹੱਥ ਕੜੀਆਂ ਲਾ ਕੇ ਖੁਰਜੀਆਂ ਦੇ ਵਿੱਚ ਤੁੰਨ ਕੇ ਲੈ ਕੇ ਆਏ, ਤੁੰਨ ਕੇ ਵੀ ਔਖੇ ਹੋ ਕੇ ਮੰਨ ਜਾਣਗੇ। ਮਾਤਾ ਗੁਜਰ ਕੌਰ ਨੂੰ ਹੱਥ ਬੰਨ ਕੇ ਮੂੰਹ ਦੇ ਉੱਤੇ ਮਿਰਚਾਂ ਵਾਲਾ ਥੈਲਾ ਪਾ ਕੇ ਨਾ, ਜਿਵੇਂ ਫਾਂਸੀ ਦੇਣ ਲੱਗੇ ਪਾਉਂਦੇ ਨੇ, ਉਵੇਂ ਜਿਵੇਂ ਮਾਤਾ ਦੇ ਮੂੰਹ ਤੇ ਬੋਰਾ ਬੰਨ ਕੇ ਨਾ, ਮਿਰਚਾਂ ਵਾਲਾ ਥੈਲਾ ਹੱਥ ਬੰਨ ਕੇ, ਮਰਿੰਡੇ ਤੋਂ, ਸਹੇੜੀ ਤੋਂ ਮਰਿੰਡਾ, ਮਰਿੰਡੇ ਤੋਂ ਫਿਰ ਸਰਹੰਦ। ਬੁੱਢੇ ਹੱਡ ਨੇ ਬੁੱਢੜੀ ਮਾਤਾ ਨੂੰ ਤਸੀਹੇ ਦੇ ਦੇ ਕੇ ਲੈ ਕੇ ਆਏ ਸੀ। ਆ ਕੇ ਸਾਧ ਸੰਗਤ ਜੀ ਸੂਬੇ ਨੂੰ, ਮਜੀਦੇ ਨੂੰ ਕਹਿੰਦੇ ਇੱਕ ਖੁਸ਼ਖਬਰੀ ਹੈ। ਉਹ ਕਹਿੰਦੇ ਖੁਸ਼ਖਬਰੀ ਕਾਦੀ ਹੈ? ਇੰਨੀਆਂ ਫੌਜਾਂ ਮਰਾ ਲੀਆਂ, ਇੰਨੇ ਬੰਦੇ ਮਰਾ ਲਏ,
ਫਿਰ ਵੀ ਗੁਰੂ ਗੋਬਿੰਦ ਦਾ ਕੁਛ ਵਿਗਾੜ ਨਾ ਸਕੇ, ਉਹ ਫਿਰ ਨਿਕਲ ਗਿਆ ਹੱਥੋਂ। ਖੁਸ਼ਖਬਰੀ ਕਾਦੀ ਹੈ? ਕਹਿੰਦੇ ਖੁਸ਼ਖਬਰੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਮਾਂ ਨੂੰ ਫੜ ਲਿਆਂਦਾ ਹੈ। ਖੁਸ਼ ਹੋ ਗਿਆ, ਕਹਿੰਦੇ ਹੁਣ ਆਏਗਾ, ਹੁਣ ਲੱਗੇਗਾ ਪਤਾ, ਹੁਣ ਲੱਗੇਗਾ ਕਹਿੰਦਾ ਪਤਾ। ਹੁਣ ਆਪੇ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਕਹਾਉਣ ਵਾਲਾ ਹੁਣ ਭੱਜਿਆ ਆਏਗਾ। ਉਹਨਾਂ ਦੀ ਮਾਂ ਨੂੰ ਫੜ ਲਓ, ਬੱਚਿਆਂ ਨੂੰ ਫੜ ਕੇ ਗ੍ਰਿਫਤਾਰ ਕਰੋ, ਠੰਡੇ ਬੁਰਜ ਵਿੱਚ ਬੰਦ ਕਰ ਦੋ, ਹੁਣ ਆਏਗਾ ਭੱਜਾ। ਆਪਾਂ ਕਈ ਵਾਰੀ ਕਹਿੰਦੇ ਨਹੀਂ ਪੁਲਿਸ ਵਾਲੇ ਇਹਨਾਂ ਦੇ ਪਰਿਵਾਰ ਨੂੰ ਚੁੱਕ ਲਓ, ਜਦੋਂ ਪਰਿਵਾਰ ਚੁੱਕ ਲਿਆ ਆਪੇ ਆ ਜਾਏਗਾ ਮੁਜਰਮ, ਫਿਰ ਫੜ ਲਾਂਗੇ। ਪਰ ਇਹ ਨਹੀਂ ਪਤਾ ਓਏ ਕਿਹੜੇ ਮੋਹ ਦੀਆਂ ਤੰਦਾਂ, ਕਿਹੜੇ ਮੋਹ ਦੀਆਂ ਗੱਲਾਂ ਕਰਦਾ ਹੈ। ਚਮਕੌਰ ਦੀ ਗੜੀ ਦੇ ਵਿੱਚ ਦਇਆ ਸਿੰਘ ਨੇ ਆਵਾਜ਼ ਮਾਰੀ, ਕਹਿੰਦੇ ਮਹਾਰਾਜ ਜੀ ਛੋਟੇ ਆ ਵੱਡੇ ਸਾਹਿਬਜ਼ਾਦੇ ਪਏ ਨੇ, ਸਾਹਿਬਜ਼ਾਦਿਆਂ ਤੇ ਕੱਪੜਾ ਪਾ ਦਾਂ, ਮੇਰੇ ਕੋਲ ਥੋੜਾ ਜਿਹਾ ਕੱਪੜਾ ਹੈ, ਪਾ ਦਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਸਿੰਘਾ ਓਏ ਤੈਨੂੰ ਮੇਰੇ ਪੁੱਤਰ ਤੇ ਪੈ ਦਿਸ ਗਏ, ਜਿਹੜੇ ਬਾਕੀ 40 ਨੇ ਕਿਹਦੇ ਪੁੱਤਰ ਨੇ? ਵੀ ਤੇ ਮੇਰੇ ਹੀ ਨੇ। ਆਖੋ ਸਤਨਾਮ। ਓਏ ਇਹ ਵੀ ਤੇ ਮੇਰੇ ਹੀ ਨੇ। ਕੱਪੜਾ ਪਾਉਣਾ ਤੇ ਫਿਰ ਸਾਰਿਆਂ ਤੇ ਪਾ, ਨਹੀਂ ਫਿਰ ਕਿਸੇ ਤੇ ਪਾਉਣ ਦੀ ਲੋੜ ਨਹੀਂ। ਉਹ ਕਾਣੀ ਬਣਨੀ ਕੀਤੀ ਬਾਜਾਂ ਵਾਲੇ ਨੇ, ਕੱਪੜਾ ਪਾਉਣਾ ਸਾਰਿਆਂ ਤੇ ਪਾ, ਨਹੀਂ ਫਿਰ ਕਿਸੇ ਤੇ ਪਾਉਣ ਦੀ ਲੋੜ ਨਹੀਂ। ਕਿਹੜੇ ਮੋਹ ਦੀਆਂ ਗੱਲਾਂ ਕਰਦਾ ਹੈ? ਉਹ ਦਇਆ ਸਿੰਘ ਸਤਿਗੁਰਾਂ ਵੱਲ ਵੇਖਦਾ ਹੈ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੇ ਕੋਲ ਇਉਂ ਲੰਘੇ ਜਿਵੇਂ ਜਾਣਦੇ ਹੀ ਨਹੀਂ ਹੁੰਦੇ। ਉਹਨਾਂ ਦੀਆਂ ਲਾਸ਼ਾਂ ਪਈਆਂ ਨੇ, ਕੋਲੋਂ ਦੀ ਇੰਜ ਲੰਘੇ। ਦਇਆ ਸਿੰਘ ਕਹਿੰਦਾ ਮਹਾਰਾਜ ਜੀ ਇੱਕ ਵਾਰ ਮੂੰਹ ਤੇ ਹੱਥ ਤੇ ਫੇਰ ਜੋ ਪੁੱਤਰ ਦੇ। ਕਹਿੰਦੇ ਦਇਆ ਸਿੰਘਾ ਮੋਹ ਦੀਆਂ ਤੰਦਾਂ ਚ ਨਾ ਜੋੜੇ, ਤੇ ਉਹਦੀ ਅਮਾਨਤ ਹੈ ਲੇਖੇ ਲੱਗੀ। ਛੋਟਿਆਂ ਦੀ ਵੀ ਖਬਰ ਆਉਣ ਵਾਲੀ ਆ, ਜੇ ਕਿਹੜੇ ਮੋਹ ਦੀਆਂ ਗੱਲਾਂ ਕਰਦਾ ਹੈ। ਕਿੱਥੇ ਦੇਣ ਦੇ ਦਾਂਗੇ ਬਾਜਾਂ ਵਾਲਿਆਂ ਦਾ, ਆਪਾਂ ਦੇਣ ਨਹੀਂ ਦੇ ਸਕਦੇ। ਗੁਰਮੁਖੋ ਹੁਣ ਤੱਕ ਸਾਡੇ ਤੋਂ ਕਿੱਥੋਂ ਆਪਾਂ ਆਪਣੇ ਪੁੱਤਰਾਂ ਦੇ ਸਾਧ ਸੰਗ ਦੀ ਸਿਹਰੇ ਬੰਨ ਲੈਂਦੇ ਜੇ ਬਾਬਾ ਜੀਤ ਸਿੰਘ ਉੱਥੇ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਨਾ ਹੁੰਦਾ। ਕਿੱਥੋਂ ਅੱਜ ਮਾਂ ਆਪਣੇ ਪੁੱਤਰ ਤੋਂ ਪਾਣੀ ਵਾਰ ਕੇ ਪੀਂਦੀ ਜੇ ਮਾਤਾ ਗੁਜਰੀ ਸ਼ਹੀਦ ਨਾ ਹੁੰਦੀ। ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਦੇਣ ਦੇ ਦਾਂਗੇ ਆਪਾਂ। ਉਹਨਾਂ ਵਰਗਾ ਕੌਣ ਬਣ ਜਾਏਗਾ? ਉਹ ਬਾਬਾ ਪੁੱਤਰਾਂ ਦੇ ਦਾਨੀਆਂ, ਨਹੀਂ ਬਣ ਸਕਦਾ ਉਹਨਾਂ ਦੇ ਵਰਗਾ ਕੋਈ। ਬਾਬਾ ਪੁੱਤਰਾਂ ਦੇ ਦਾਨੀਆਂ, ਜਿਨ੍ਹਾਂ ਸਾਡੇ ਉੱਤੋਂ ਵਾਰੀਆਂ ਜਵਾਨੀਆਂ। ਬਾਬਾ ਪੁੱਤਰਾਂ ਦੇ ਦਾਨੀਆਂ, ਜਿਨ੍ਹਾਂ ਸਾਡੇ ਉੱਤੋਂ ਵਾਰੀਆਂ ਜਵਾਨੀਆਂ। ਸਾਡੇ ਉੱਤੋਂ ਵਾਰੀਆਂ ਜਵਾਨੀਆਂ। ਮਾਂ ਪੁੱਤਰਾਂ ਦੇ ਦਾਨੀਆਂ, ਸਾਡੇ ਉੱਤੋਂ ਵਾਰੀਆਂ ਜਵਾਨੀਆਂ।
ਸਾਡੇ ਉਤੋਂ ਵਾਰੀਆਂ ਜਵਾਨੀਆਂ। ਸੱਚਾ ਪਾਤਸ਼ਾਹ ਕਿਹੜੇ ਮੋਹ ਦੀਆਂ ਗੱਲਾਂ ਕਰਦਾ ਹੈ। ਉਹ ਤੇ ਨਰਮੋਹੀ ਨਹੀਂ ਸੀ, ਉਹ ਤੇ ਮੋਹ ਦੀਆਂ ਤੰਦਾਂ ਤੋੜ ਕੇ। ਸਾਧ ਸੰਗਤ ਜੀ, ਸੂਬਾ ਵਜੀਦਾ ਕਹਿੰਦਾ ਠੰਡੇ ਬੁਰਜ ਵਿੱਚ ਬੰਦ ਕਰ ਦਿਓ। ਗਿਆਨੀ ਸੰਦੀਪ ਸਿੰਘ ਜੀ ਪਹਿਲਾਂ ਦੱਸ ਕੇ ਗਏ ਨੇ ਕਿੰਨਾ ਉੱਚਾ ਠੰਡਾ ਬੁਰਜ ਹੈ। ਉਹ ਠੰਡਾ ਬੁਰਜ ਕਿਉਂ ਬਣਾਇਆ ਹੈ? ਜੂਨ ਜੁਲਾਈ ਦੇ ਮਹੀਨਿਆਂ ਦੇ ਵਿੱਚ ਸੂਬਾ ਵਜੀਦਾ ਕੁਰਸੀ ਢਾਹ ਕੇ ਠੰਡੇ ਬੁਰਜ ਤੇ ਬਹਿੰਦਾ ਹੈ। ਕੋਲੋਂ ਦੀ ਨਦੀ ਵਗਦੀ ਹੈ, ਨਦੀ ਦੇ ਵਿੱਚੋਂ ਹਵਾ ਟੱਚ ਹੋ ਕੇ ਸਿੱਧੀ ਠੰਡੇ ਬੁਰਜ ਤੇ ਜਾਂਦੀ ਹੈ। ਉੱਥੇ ਗਰਮੀ ਦੇ ਵਿੱਚ ਵੀ ਗਰਮੀ ਨਹੀਂ ਸੀ ਲੱਗਦੀ, ਇੰਨੀ ਠੰਡ ਸੀ। ਉੱਥੇ ਸਰਦੀ 'ਚ ਕਿੰਨੀ ਸਰਦੀ ਹੋਣੀ ਹੈ। ਉਹ ਸੀ ਠੰਡਾ ਬੁਰਜ। ਗੁਰਮੁਖੋ, ਉੱਥੇ ਬੰਦ ਕਰ ਦਿੱਤਾ। ਮੋਤੀ ਰਾਮ, ਭਾਈ ਮੋਤੀ ਰਾਮ ਮਹਿਰਾ ਜਿਹਨੂੰ ਆਪਾਂ ਕਹਿੰਦੇ ਆ ਮੋਤੀ ਰਾਮ, ਜਦੋਂ ਸਰਹੰਦ ਤੋਂ ਆਪਾਂ ਜਾਂਦੇ ਆ ਨਾ, ਸਰਹੰਦ ਤੋਂ ਬਸੀ ਪਠਾਨ ਬਸੀ ਨੂੰ ਹੋ ਕੇ ਮਰਿੰਡੇ ਫਾਟਕ ਆ ਜਾਂਦਾ ਹੈ। ਫਾਟਕ ਤੋਂ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਹੱਥ ਭਾਈ ਮੋਤੀ ਰਾਮ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੈ। ਅੱਜ ਵੀ ਉੱਥੇ ਉਹ ਗਲਾਸ ਪਏ ਨੇ ਜਿਨ੍ਹਾਂ ਦੇ ਵਿੱਚ ਉਹਨੇ ਸੇਵਾ ਕਰਕੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ। ਅੱਜ ਵੀ ਗਲਾਸ ਪਏ ਨੇ। ਉਹਨੇ ਨਾ ਘਰਦਿਆਂ ਦੇ ਗਹਿਣੇ ਗੱਟੇ ਇਕੱਠੇ ਕਰਕੇ ਪੌੜੀ ਲਾ ਕੇ ਬੁਰਜ ਤੋਂ ਪਿੱਛੇ ਦੀ ਚੜਿਆ। ਪਹਿਰੇਦਾਰਾਂ ਨੂੰ ਖਰੀਦ ਕੇ ਨਾ ਕਹਿੰਦਾ ਮੈਂ ਸੇਵਾ ਕਰਨੀ ਹੈ, ਮੈਨੂੰ ਸੇਵਾ ਦਾ ਮੌਕਾ ਦਿਓ, ਸੇਵਾ ਕਰਨੀ ਹੈ। ਮਾਤਾ ਗੁਜਰ ਕੌਰ ਜੀ ਕਹਿੰਦੇ ਬੇ ਭਾਈ ਤੈਨੂੰ ਡਰ ਨਹੀਂ ਲੱਗਦਾ? ਕਹਿੰਦੇ ਮਾਤਾ ਜੀ ਮੈਨੂੰ ਸੇਵਾ ਕਰ ਲੈਣ ਦਿਓ, ਕਾਹਦਾ ਡਰ ਹੈ, ਤੇ ਮੇਰੀ ਸੇਵਾ ਹੈ। ਮੈਂ ਇੱਥੇ ਭੁੱਲ ਨਾ ਜਾਵਾਂ, ਬੇਨਤੀ ਕਰ ਜਾ। ਉਹ ਦੁੱਧ ਪਿਆਉਣ ਪਿੱਛੇ ਭਾਈ ਮੋਤੀ ਰਾਮ ਮਹਿਰੇ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੀੜਤਾ ਸੀ। ਉਹ ਸੇਵਾ ਕਮਾਉਣ ਪਿੱਛੇ ਖਤਮ ਕਰਤਾ ਸੀ। ਜਦੋਂ ਮਾਤਾ ਗੁਜਰ ਕੌਰ ਜੀ ਦਾ ਬਵਾਨ ਗਿਆ, ਉਦੋਂ ਵੀ ਫਿਰ ਮੋਤੀ ਰਾਮ ਨੇ ਮੋਢਾ ਲਾਇਆ ਹੈ ਨਾਲ ਹੋ ਕੇ। 10 ਪੌ ਨੂੰ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੇ ਲਿਆ ਕੇ ਗ੍ਰਿਫਤਾਰ ਕਰਦੇ ਨੇ। ਆਪਾਂ ਥੋੜੇ ਸਮੇਂ ਵਿੱਚ ਸਮਾਪਤੀ ਕਰ ਦੇਣੀ ਹੈ, ਸਮਾਂ ਬਹੁਤ ਆਗਿਆ ਨਹੀਂ ਦਿੰਦਾ। 11 ਪੋਹ ਨੂੰ ਸਵੇਰ ਹੋਈ, ਕਚਹਿਰੀ ਲੱਗੀ, ਸੂਬੇ ਦੀ ਕਚਹਿਰੀ ਲੱਗੀ, ਸਾਰੀ ਸਭਾ ਲੱਗੀ ਹੈ। ਕਈ ਵੇਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਤੇ ਕਿਸੇ ਨੇ ਨਹੀਂ ਦੇਖਿਆ, ਦਰਸ਼ਨ ਨਹੀਂ ਕੀਤੇ, ਉਹਨਾਂ ਦੇ ਬੱਚੇ ਕਿੱਦਾਂ ਦੇ ਹੋਣਗੇ। ਕਈ ਬੱਚਿਆਂ ਦੀ ਨੁਹਾਰ ਆਪਣੀ ਮਾਂ ਤੇ ਹੁੰਦੀ ਹੈ, ਕਈ ਬੱਚੇ ਆਪਣੇ ਪਿਓ ਤੇ ਜਾਂਦੇ ਨੇ, ਕਈ ਨਾਨੇ ਦਾਦੇ ਤੇ ਜਾਂਦੇ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਸੀ। ਚਾਰੇ ਦੇ ਚਾਰੇ ਸਾਹਿਬਜ਼ਾਦੇ। ਓਏ ਉਹ ਵੀ ਸਮਾਂ ਹੋਣਾ ਹੈ, ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰਾਂ ਨੂੰ ਗੋਦੀ ਚੁੱਕ ਕੇ ਖਿਲਾਉਂਦੇ ਹੋਣਗੇ। ਇੱਕ ਵਾਰੀ ਨਾ ਆਨੰਦਪੁਰ ਸਾਹਿਬ ਚਾਰੇ ਸਾਹਿਬਜ਼ਾਦੇ ਤਿੰਨੇ ਖੇਡ ਰਹੇ ਨੇ, ਸ਼ਸਤਰ ਸਿੱਖ ਰਹੇ ਨੇ। ਸਾਰਿਆਂ ਤੋਂ ਛੋਟਾ ਬਾਬਾ ਫਤਿਹ ਸਿੰਘ ਜੀ, ਉਹਨੇ ਆ ਕੇ ਆਵਾਜ਼ ਮਾਰੀ, ਕਹਿੰਦੇ ਵੀਰ ਜੀ ਮੇਰਾ ਵੀ ਜੀ ਕਰਦਾ, ਮੈਨੂੰ ਵੀ ਖਿਲਾਓ। ਬਾਬਾ ਜੀਤ ਸਿੰਘ ਜੀ ਕਹਿੰਦੇ ਪੁੱਤਰਾ ਤੂੰ ਛੋਟਾ ਹੈ, ਛੋਟਾ ਤੇਰੇ ਵੱਜ ਜਾਏਗੀ, ਛੋਟਾ ਹੈ ਤੂੰ। ਕਿਉਂਕਿ ਜਦੋਂ ਗੱਤਕਾ ਖੇਡਦੇ ਆ ਨਾ, ਉਹ ਫਿਰ ਕਈ ਵਾਰੀ ਲੱਗ ਜਾਂਦਾ ਹੈ, ਕਈ ਵਾਰੀ ਸੱਟ ਵੀ ਵੱਜਦੀ ਹੈ। ਪੁੱਤਰਾ ਤੂੰ ਛੋਟਾ ਹੈ। ਜਦੋਂ ਨਾ ਖਿਲਾਇਆ ਅੰਦਰ ਗਿਆ, ਆਪਣੇ ਸਿਰ ਦੇ ਉੱਤੇ ਦਸਤਾਰ ਕੇਸਕੀ ਬੰਨੀ, ਕੇਸਕੀ ਦੇ ਉੱਤੇ ਹੋਰ ਕੇਸਕੀ ਬੰਨ ਕੇ ਨਾ, ਵੱਡੀ ਸਾਰੀ ਕੇਸਕੀਆਂ 2-3 ਬੰਨ ਕੇ ਦਮਾਲਾ ਬੰਨ ਲਿਆ। ਆ ਕੇ ਬਾਹਰ ਆ ਕੇ ਕਹਿੰਦਾ ਵੀਰ ਜੀ ਹੁਣ ਤੇ ਖਿਲਾ ਲਓ, ਹੁਣ ਤੇ ਮੈਂ ਤੁਹਾਡੇ ਜਿੱਡਾ ਹੋ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਫਤਿਹ ਸਿੰਘ ਨੂੰ ਵੇਖਿਆ ਨਾ, ਇਹ ਦਮਾਲੇ ਦੀ ਰਸਮ ਬਾਬਾ ਫਤਿਹ ਸਿੰਘ ਨੇ ਸ਼ੁਰੂ ਕੀਤੀ ਸੀ ਵੀ ਕਿੱਡਾ ਸੋਹਣਾ ਮੇਰਾ ਫਤਿਹ ਸਿੰਘ ਲੱਗਦਾ ਹੈ। ਸਾਰੇ ਸਿੰਘਾਂ ਨੂੰ ਉਪਦੇਸ਼ ਦਿੱਤਾ ਗੁਰੂ ਗੋਬਿੰਦ ਸਿੰਘ ਨੇ, ਮੇਰੇ ਫਤਿਹ ਸਿੰਘ ਵਾਂਗ ਦਮਾਲੇ ਸਜਾਇਆ ਕਰੋ। ਸਿੰਘੋ ਬਾਬਾ ਫਤਿਹ ਸਿੰਘ ਵਾਂਗ ਤੁਸੀਂ ਦਮਾਲੇ ਸਜਾਓਗੇ। ਉੱਥੋਂ ਫਿਰ ਦਮਾਲੇ ਬੰਨਣੇ ਸਿੰਘਾਂ ਨੇ ਸ਼ੁਰੂ ਕੀਤੇ। ਹੁਣ ਤੇ ਮੈਂ ਤੁਹਾਡੇ ਜਿੱਡਾ ਹੋ ਗਿਆ, ਹੁਣ ਤੇ ਖਿਲਾ ਲਓ, ਉਹ ਵੀ ਸਮਾਂ ਹੋਣਾ ਹੈ।
सभा लगी है, कचहरी लगी है, सारे टिक लगा के ना एक टेक लगा के वेखते ने भी किद्दां दे होणगे उन्हां दे बच्चे। उन्हां नूं ते नहीं वेखे, उन्हां दे बच्चे वेखिए किद्दां दे ने। सिपाही लैके गए, माता गुजर कौर जी कहंदी बे भाई ਇਹ ਤੇ मैं छोटे छोटे जे निक्के निक्के पाले ने, इन्हां ने किहड़ा कोई कसूर कीता, मैनू लै जाओ जिथे लैके जाना है। नहीं माता इन्हां बच्चियां नूं लैके जाना है। सिपाही जांदे जांदे समझाउंदे ने, बच्चे ओ सामने कुर्सी ते वजीदा बैठा है, जाके वजीदे नूं सलाम करनी है, सिर झुकाउणा है। कहंदे कोई नहीं झुकावांगे सिर, झुका दांगे सिर। जदों गए सूबे दे सामने ना, अखां च पाइयां अखां, सारे हैरान हो के वेंदे ने। बच्चे ओ सिर क्यों नहीं झुकाया? साहबजादियां ने दोनों हाथ जोड़ के कहंदे वाहिगुरु जी का वाहिगुरु जी की फतेह। फतेह बुलाती गज के अद्धी अद्धी बोलियो सारे। ओ लाला फतेह दा जकारा छड्डिया सूबे दी, लाला फतेह दा जकारा छड्डिया सूबे दी। लाला फतेह दा जकारा छड्डिया सूबे दी, लाला फतेह दा जकारा छड्डिया सूबे दी। फतेह बुलाती, कहंदे बच्चेओ तुहाडे पिता दा दरबार नहीं, ये आनंदपुर साहब नहीं, ये सूबे वजीदे दी कचहरी है, इत्थे सिर झुकाया जांदा है। साहबजादे कहंदे मन्नो भावें ना मन्नो, असीं ते फतेह ही बुलाउणी है। आखो सतनाम, असीं ते फतेह ही बुलाउणी है। वो वेख के हैरान हो गए भी निक्के निक्के बच्चे ने जज्बे किड्डे ने। बच्चेओ मुसलमान बन जाओ, तुहानू बेगमां दे डोले दिते जाणगे, तुहानू जगीरां दित्तियां जाणगियां, तुहानू मोहरां दित्तियां जाणगियां। वो कहंदे माया दी कमी ते साडे घर च है नहीं सी, सरसा ते रोड़ ता सारा खजाना महाराज सच्चे पातशाह ने। माया देओगे, बेगमां दे डोले देओगे, ये लिख के दो भी मौत नहीं, मरना नहीं, मौत नहीं आउणी। कहंदे मरना ते पैना। वो कहंदे जे मरना पैना फिर गुरु तेग बहादुर वर्गा दादा रोज रोज नहीं मिलता। आखो सतनाम, वो किते रोज लभदे ने। सत्संग जी बथेरा समझाया, ना समझे। दूजी सवेर होई 12, छोटी खिड़की बंद कर दी। सारियां ने सलाह मीटिंग की भी जदों साहबजादे आउणगे नीवी पा के लंघणगे, सारियां ने ताड़ियां मार देणियां ने। यह मनोबल सिੱਟਣ ਡੇਗਣ ਲਈ ਹੁੰਦਾ है भी जदों सारे ताड़ियां मारांगे कह दिओ भी सिर झुकाता, सिर झुकाता। पर गुरमुखो माता गुजरी जी सारी रात बच्चिओ तुहाडा दादा गुरु तेग बहादुर चांदनी चौंक विच शहीद होया। तुहाडे दादे दा दादा गुरु अर्जन देव जी सारी रात इंट्रोडक्शन कराई। बच्चों वेखियो किते बापू दी चिट्टी चादर नूं दाग ना जे ला दिओ। वेखियो किते लालो दाग ना किते लग जावे, बापू दी चिट्टी चादर नूं लालो दाग ना किते लग जावे, बापू दी चिट्टी चादर नूं लालो दाग ना किते लग जावे, बापू दी चिट्टी चादर नूं लालो दाग ना किते लग जावे, बापू दी चिट्टी
ਲਾਲੋ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਜੀ, ਲਾਲੋ ਦਾਗ ਨਾ ਕਿਤੇ ਲੱਗ ਜਾਵੇ। ਬਾਪੂ ਦੀ ਚਿੱਟੀ ਚਾਦਰ ਨੂੰ ਦਾਗ ਨਾ ਜੇ ਲਾ ਦਿਓ। ਉਹਨਾਂ ਨੇ ਤੇ ਆਖਿਆ ਸੀ ਦਾਗ ਨਹੀਂ ਲਾਵਾਂਗੇ, ਆਪਾਂ ਕਹਿੰਦੇ ਕੋਈ ਲੜ ਰਹੀ ਨਾ ਜਾਵੇ। ਗੁਰਮੁਖੋ 12 ਪੋਹ ਨੂੰ ਫਿਰ ਲੈ ਕੇ ਗਏ ਸਾਹਿਬਜ਼ਾਦਿਆਂ ਨੂੰ। ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਫਤਿਹ ਸਿੰਘ ਨੂੰ ਜਿਵੇਂ ਮੈਂ ਲੰਘਾਂਗਾ ਉਵੇਂ ਲੰਘੀ, ਮੇਰੇ ਪਿੱਛੇ ਰਹੀ। ਜਦੋਂ ਸਾਧ ਸੰਗਤ ਜੀ ਸਾਰੇ ਢੀਕਦੇ ਸੀ ਵੀ ਸਿਰ ਆਉਣਗੇ, ਤਾੜੀਆਂ ਮਾਰਾਂਗੇ, ਐਦਾਂ ਕਰਕੇ ਬੈਠੇ ਨੇ ਸਾਰੇ। ਉਹ ਢੀਕਦੇ ਨੇ ਸਿਰ ਆਉਣਗੇ, ਪਰ ਸਾਧ ਸੰਗਤ ਜੀ ਤਲਾ ਦਿਸਿਆ, ਜੁੱਤੀ ਦਾ ਤਲਾ। ਕਹਿੰਦੇ ਤੇਰੇ ਰਾਜ ਭਾਗ ਨੂੰ ਅਸੀਂ ਆਪਣੀ ਜੁੱਤੀ ਦੀ ਨੋਕ ਤੇ ਠਕਰਾਉਨੇ ਆ ਸੂਬਿਆ। ਬਹੁਤ ਯਤਨ ਕੀਤੇ ਗਏ, ਨਾ ਗੱਲ ਬਣੀ। ਫਿਰ ਸੂਬੇ ਦੇ ਕਹਿਣ ਤੇ ਸਾਧ ਸੰਗਤ ਜੀ ਕਾਜੀ ਨੇ ਫਤਵਾ ਲਾਇਆ ਹੈ। ਉਹ ਆਖਿਆ ਸੀ ਮਰੇਰਕੋਟਲੇ ਦੇ ਨਵਾਬ ਨੇ, ਕਹਿੰਦੇ ਸੂਬਿਆ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ, ਇਹਨਾਂ ਦੇ ਪਿਤਾ ਤੋਂ ਬਦਲਾ ਲੈ। ਬੇੜਾ ਵਹਿ ਗਿਆ ਸੁੱਚੇ ਨੰਦ ਦਾ। ਕਹਿੰਦਾ ਸੱਪਾਂ ਦੇ ਬੱਚਿਆਂ ਨੂੰ ਦੁੱਧ ਨਹੀਂ ਪਿਆਈਦਾ। ਗੁਰਮੁਖੋ ਕਾਜੀ ਕੌਣ ਹੈ? ਉਸ ਵੇਲੇ ਦਾ ਮੁੱਖ ਮੰਤਰੀ, ਜਿਵੇਂ ਅੱਜ ਆਪਾਂ ਕਹਿੰਦੇ ਆ ਮੁੱਖ ਮੰਤਰੀ, ਉਹ ਵੇਲੇ ਦਾ, ਉਦੋਂ ਸੂਬਾ। ਇੱਕ ਸੂਬੇ ਦਾ ਮਾਲਕ ਜਿਵੇਂ ਆਪਣਾ ਪੰਜਾਬ ਹਰਿਆਣਾ, ਇਦਾਂ ਸੂਬੇ ਦਾ ਮਾਲਕ ਸੂਬਾ। ਸੂਬੇ ਦੇ ਕਹਿਣ ਦੇ ਉੱਤੇ ਕਾਜੀ ਨੇ ਫਤਵਾ ਲਾਇਆ, ਕਹਿੰਦਾ ਸੂਬਿਆ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦੇ। ਸੁਣਾਤੀ ਸਜ਼ਾ। ਅੱਜ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਭੱਜ ਕੇ ਦਾਦੀ ਦੀ ਗਲਵੱਕੜੀ ਨੂੰ ਭੱਜ ਕੇ ਗੋਦ 'ਚ ਵੜੇ ਜਾ ਕੇ। ਜਿਵੇਂ ਪਾਸ ਹੋ ਜਾਂਦਾ ਨਾ ਬੱਚਾ, ਸਕੂਲ ਤੋਂ ਪਾਸ ਹੋ ਜਾਂਦਾ ਹੈ, ਉਹ ਸਾਰਿਆਂ ਤੋਂ ਪਹਿਲਾਂ ਬੱਚਾ ਮਾਂ ਲੱਭਦਾ ਹੁੰਦਾ ਹੈ, ਮਾਂ ਕਿੱਥੇ ਹੈ। ਬਾਬਾ ਫਤਿਹ ਸਿੰਘ ਜਿਆਦੇ ਬੋਲੇ, ਬੇਬੇ ਸੂਬੇ ਨੇ ਮੈਨੂੰ ਇੰਜ ਕਿਹਾ, ਮੈਂ ਇੰਜ ਜਵਾਬ ਦਿੱਤਾ, ਮੈਨੂੰ ਇੰਜ ਡਲਾਉਂਦਾ ਸੀ, ਫਿਰ ਮੈਂ ਇਦਾਂ ਬੋਲਿਆ। ਬਾਬਾ ਫਤਿਹ ਸਿੰਘ ਬਹੁਤਾ ਬੋਲੇ, ਬੇਬੇ ਅੱਜ ਸਾਰੇ ਪਰਚੇ ਪਾਸ ਹੋ ਗਏ ਨੇ, ਥੋੜਾ ਹੀ ਰਹਿ ਗਿਆ ਸਮਾਂ ਬਸ ਹੁਣ, ਅੱਜ ਸਾਰੇ ਪੇਪਰ ਪਾਸ ਹੋ ਗਏ ਨੇ। ਬੇਬੇ ਸੂਬੇ ਨੇ ਇਦਾਂ ਕਿਹਾ, ਮੈਂ ਇਦਾਂ ਬੋਲਿਆ ਅੱਗੋਂ। ਫਿਰ 13 ਪੋਹ ਹੋਈ, ਆਗੇ ਸਿਪਾਹੀ ਲੈਣ ਵਾਸਤੇ ਆ ਗਏ। ਉਵੇਂ ਜਿਵੇਂ ਸਵੇਰੇ ਇਹ ਨਹੀਂ ਵੀ ਅੱਜ ਜਾਣਾ ਹੈ, ਜਲਦੀ ਸਵੇਰੇ ਉੱਠੇ, ਨਿਤਨੇਮ ਕੀਤਾ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ। ਪਾਣੀ ਆ ਥੋੜਾ ਜਿਹਾ, ਮਾਤਾ ਜੀ ਨੇ ਉਵੇਂ ਹੀ ਬਾਬੇ ਫਤਿਹ ਸਿੰਘ ਦੇ ਮੂੰਹ ਤੇ ਹੱਥ ਫੇਰ ਕੇ ਨਾ ਉਹ ਪੋਟਲੀ ਚੋਂ ਚੋਲੇ ਕੱਢੇ। ਬਾਬਾ ਫਤਿਹ ਸਿੰਘ ਕਹਿੰਦਾ ਬੇਬੇ ਤੇ ਸਾਨੂੰ ਕਦੇ ਚੋਲੇ ਪਵਾਏ ਹੀ ਨਹੀਂ। ਪੁੱਤਰੋ ਮੈਂ ਅੱਜ ਵਾਲੇ ਦਿਨ ਵਾਸਤੇ ਸਾਂਭ ਕੇ ਰੱਖੇ ਸੀ, ਇਹ ਚੋਲੇ ਅੱਜ ਵਾਲੇ ਦਿਨ ਵਾਸਤੇ ਸਾਂਭ ਕੇ ਰੱਖੇ ਸੀ। ਮੈਂ ਆਪਣੀ ਨੂੰਹ ਨੂੰ ਯਾਦ ਕਰਦੀ ਹੈ, ਜੀਤਾ ਜੇ ਅੱਜ ਤੂੰ ਹੁੰਦੀ ਆਪਣੇ ਜਾਂਦੀ ਵਾਰੀ ਆਪਣੇ ਪੁੱਤਰਾਂ ਦੇ ਮੂੰਹ ਚੁੰਮ ਲੈਂਦੀ, ਤੇਰੇ ਪੁੱਤਰ ਅੱਜ ਲਾੜੀ ਮੌਤ ਨੂੰ ਵਿਆਹਣ ਚੱਲੇ ਨੇ ਜਾਂਦੀ ਵਾਰੀ। ਗੁਰਮੁਖੋ ਨਿੱਕੀਆਂ ਨਿੱਕੀਆਂ ਕਲੰਗੀਆਂ ਚਿਹਰਿਆਂ ਤੇ ਸਜਾਈਆਂ, ਸੋਹਣੇ ਚੋਲੇ ਪਵਾਏ, ਆਗੇ ਚਪਾਈ ਸਿਪਾਹੀ ਲੈਣ ਵਾਸਤੇ। ਮਾਤਾ ਜੀ ਇੱਕ ਵਾਰੀ ਫੇਰ, ਮਾਤਾ ਗੁਜਰ ਕੌਰ, ਬੇ ਭਾਈ ਓਏ ਇਹਨਾਂ ਨੇ ਕਿਹੜਾ ਕੋਈ ਪਾਪ ਕੀਤਾ, ਕੋਈ ਕਸੂਰ ਕੀਤਾ, ਮੈਨੂੰ ਲੈ ਜਾਓ ਜਿੱਥੇ ਚਿਣਨਾ, ਮੈਨੂੰ ਚਿਣ ਜਾਓ। ਇਹ ਤੇ ਨਿੱਕੇ ਨਿੱਕੇ ਪਾਲੇ ਨੇ ਬੱਚੇ, ਮੈਂ ਛੋਟੇ ਛੋਟੇ ਪਾਲੇ ਨੇ, ਵੇ ਮੈਨੂੰ ਲੈ ਜਾਓ ਜਿੱਥੇ ਚਿਣਨਾ, ਮੈਨੂੰ ਚਿਣ ਦੋ, ਲਿਜਾਓ। ਨਹੀਂ ਬੇਬੇ ਤੈਨੂੰ ਨਹੀਂ ਇਹਨਾਂ ਨੂੰ ਲੈ ਕੇ ਜਾਣਾ ਹੈ। ਵੇਖੋ ਪੁੱਤਰਾਂ ਵਾਲਿਓ, ਮਾਵਾਂ ਵਾਲਿਓ, ਬੱਚਿਆਂ ਵਾਲਿਓ, ਮਾਂ ਬੱਚੇ ਨੂੰ ਸਕੂਲ ਨੂੰ ਤਿਆਰ ਕਰਕੇ ਭੇਜਦੀ ਹੈ ਨਾ, ਪਤਾ ਵੀ 3:30 ਵਜੇ ਨੇ ਬੱਚੇ ਨੇ ਮੇਰੇ ਨੇ ਆ ਜਾਣਾ ਹੈ। ਉਹ ਜਿੰਨਾ ਚਿਰ ਘਰ ਨਹੀਂ ਬੱਚਾ ਆਉਂਦਾ, ਬਾਹਰ ਖਲੋ ਖਲੋ ਕੇ ਮਾਂ ਵੇਖਦੀ ਆ ਆਪਣੇ ਪੁੱਤਰ ਨੂੰ, ਮੇਰਾ ਬੱਚਾ ਲੇਟ ਹੋ ਗਿਆ, ਜਾਇਆ ਨਹੀਂ ਸਕੂਲ।
ਮਾਤਾ ਗੁਜਰੀ ਨੂੰ ਪਤਾ ਸੀ ਵੀ ਅੱਜ ਚੱਲੇ ਨੇ, ਅੱਜ ਦੇ ਗਿਆ ਨੇ ਮੁੜ ਕੇ ਵਾਪਸ ਨਹੀਂ ਆਉਣਾ। ਘੁੱਟ ਕੇ ਗਲਵਕੜੀ ਉਹ ਸਿਪਾਹੀ ਵੀ ਕਹਿੰਦੇ ਮਾਤਾ ਮਿਲ ਲੈ ਤੇਰੇ ਬੱਚਿਆਂ ਨੂੰ ਜਿਹੜਾ ਮਿਲਣਾ ਹੈ, ਅੱਜ ਦੇ ਗਿਆ ਨੇ ਮੁੜ ਕੇ ਵਾਪਸ ਨਹੀਂ ਆਉਣਾ। ਅੱਜ ਦੇ ਗਿਆ ਨੇ ਸਿਪਾਹੀ ਵੀ ਹੈਰਾਨ ਹੁੰਦੇ ਨੇ। ਸਿਪਾਹੀ ਕਹਿੰਦੇ ਨੇ ਬੇਬੇ ਕਰ ਲੈ ਦਿਦਾਰੇ, ਮਿਲ ਲੈ ਆਪਣੇ ਬੱਚਿਆਂ ਨੂੰ, ਮੁੜ ਕੇ ਨਹੀਂ ਅੱਜ ਦੇ ਗਿਆ ਨੇ ਆਉਣਾ। ਗਲ ਲੱਗ ਕੇ ਕਰ ਲੈ ਤੂੰ, ਦਾਦੀ ਜੀ ਜਾਂਦੀ ਵਾਰ ਦੇ ਮੇਲੇ, ਗਲ ਲੱਗ ਕੇ ਕਰ ਲੈ ਤੂੰ, ਦਾਦੀ ਜੀ ਜਾਂਦੀ ਵਾਰ ਦੇ ਮੇਲੇ, ਜਾਂਦੀ ਵਾਰ ਦੇ ਮੇਲੇ, ਗਲ ਲੱਗ ਕੇ ਕਰ ਲੈ ਤੂੰ, ਦਾਦੀ ਜੀ ਜਾਂਦੀ ਵਾਰ ਦੇ ਮੇਲੇ, ਗਲ ਲੱਗ ਕੇ ਕਰ ਲੈ ਤੂੰ, ਦਾਦੀ ਜੀ ਜਾਂਦੀ ਵਾਰ ਦੇ ਮੇਲੇ, ਗਲ ਲੱਗ ਕੇ ਕਰ ਸਾਹਿਬਜ਼ਾਦਿਆਂ ਨੂੰ ਕਹਿੰਦੇ ਮਾਤਾ ਗਲ ਲੱਗ ਕੇ ਮਿਲਣਾ ਜਾਂਦੀ ਵਾਰ ਦਾ ਮੇਲਾ ਹੈ। ਵਾਰ-ਵਾਰ ਮਾਤਾ ਜੀ ਕਹਿੰਦੇ ਨੇ ਪਰ ਲੈ ਗਏ ਸਿਪਾਹੀ। ਫਿਰ ਸਮਝਾਇਆ ਬੱਚਿਓ ਇੱਥੇ ਤੁਹਾਨੂੰ ਦਫਨਾਉਣਾ ਕਿਸੇ ਨੇ ਨਹੀਂ, ਤੁਹਾਡਾ ਸੰਸਕਾਰ ਕਿਸੇ ਨੇ ਨਹੀਂ ਕਰਨਾ। ਉਹ ਅਸਮਾਨ ਵਿੱਚ ਸਾਹਮਣੇ ਵੇਖੋ ਇੱਲਾਂ ਉੱਡਦੀਆਂ ਵਿਖਦੀਆਂ ਨੇ, ਇੱਲਾਂ ਉੱਡਦੀਆਂ ਨੇ ਅਸਮਾਨ ਚੋਂ, ਇੱਲਾਂ ਆਉਣਗੀਆਂ, ਉਹਨਾਂ ਨੇ ਤੁਹਾਡੀਆਂ ਬੋਟੀਆਂ ਚੁੱਕ ਕੇ ਲੈ ਜਾਣੀਆਂ ਨੇ, ਤੁਹਾਨੂੰ ਦਫਨਾਉਣਾ ਕਿਸੇ ਨੇ ਨਹੀਂ। ਸਾਹਿਬਜ਼ਾਦੇ ਕਹਿੰਦੇ ਅਸੀਂ ਵੀ ਤੇ ਇਹੀ ਕਹਿੰਦੇ ਆ, ਓਏ ਸੂਬਿਆ ਅਸੀਂ ਤੇ ਇੱਥੇ ਨਹੀਂ ਹੋਣਾ, ਅਸੀਂ ਤੇ ਨਹੀਂ ਹੋਣਾ, ਤੂੰ ਮਿਹਨਤੀ ਕਰ ਲਈ। ਕਹਿੰਦੇ ਕਾਦੀ? ਜਿੰਨੀਆਂ ਉੱਚੀਆਂ ਇੱਲਾਂ ਆਉਣਗੀਆਂ ਆਕਾਸ਼ ਵਿੱਚ ਸਾਡੀਆਂ ਬੋਟੀਆਂ ਚੁੱਕ ਕੇ ਲੈ ਜਾਣਗੀਆਂ, ਅਸੀਂ ਤੇ ਨਹੀਂ ਹੋਣਾ, ਤੂੰ ਵੇਖ ਲਈ। ਜਿੰਨੀਆਂ ਉੱਚੀਆਂ ਇੱਲਾਂ ਉੱਡ ਕੇ ਸਾਡੀਆਂ ਬੋਟੀਆਂ ਲੈ ਕੇ ਜਾਣਗੀਆਂ, ਇੱਥੇ ਓਡੇ ਓਡੇ ਉੱਚੇ ਨਿਸ਼ਾਨ ਸਾਹਿਬ ਚੁੱਲ ਜਾਣਗੇ। ਸਤਿ ਸ੍ਰੀ ਅਕਾਲ।
एडे एडे उच्चे इंसान सब झुलणगे। फिर क्या कहते बच्चों जे तुहानू छड़ दईए की करोगे? कहते तुहाडे सूबे दे सिर दे 2 टोटे करांगे, जे ना होए दुबारे जन्म लवांगे, भावें 3 बार जन्म लेना पवे, तुहाडे सूबे वजीदे दे 2 टोटे करांगे। गुरमुखो साहबजादे ते शहीद हो गए सी। बाबा बंदा सिंह बहादुर दा जथेदार सी, ओदा नाम भी फतेह सिंह ही सी। बाबा बंदे सिंह बहादुर दे जथेदार दा नाम सी फतेह सिंह। ओ रूप च नहीं आए, फिर ओ फतेह सिंह ने वजीदे दे 2 टोटे कीते सी। ओ रूप च नहीं भाई, ओ रूप च सही। नीहां चिड़नियां शुरू कर दित्तियां साहबजादियां नूं विचाले खिलार के। नीहां साध संगत जी छातियां तक कंधां आईयां, दम घुट गया, दम घुट गया साहबजादियां दा। कंध डिग पई, धरती डिग कंबी, कंध डिग पई साध संगत जी। फट्टां वजियां ने थां थां ते छट्टां वजियां ने, बेहोश हो गए। साहबजादियां नूं सूबा कहंदा हुण मन्नणगे, इन्हां नूं तलियां चसो। तलियां चसियां गईयां। साहब लायो 7 ते 9 साल दे बच्चे किन्ने किन्ने हुंदे ने। तलियां चसियां, होश आई, कोल नूं मूंह करके साध संगत जी साहबजादियां नूं कहंदे बच्चों तकड़े तकड़े हकीम सद लांगे, तुहानूं बचा लांगे। ओए बन जाओ मुसलमान, क्यों जान गवाउंदे हो? बोलिया ते गया नहीं सी, सिर हिलाता, बोलिया नहीं सी गया। साध संगत जी इंज ही किया होना उन्होंने, ओ सानू जान नालों धर्म प्यारा लगदा, सानू जान नालों धर्म प्यारा लगदा, सानू जान नालों धर्म प्यारा लगदा, सानू जान नालों ते गया नहीं, शहीद हो गए। सार अगां चलदियां ने। सूबा वजीदा कहंदा उठो कोई, इन्हां बच्चियां दे सीस धड़दे नालों जुदा कर दो, उठो कोई। गुरमुखो फिर समाणे दे नेड़े ना पिंड पैंदा इमामगढ़, उथों दे 2 जलाद सी इमामगढ़ दे। ਉਹ ਕਹਿੰਦੇ सूबिया तेरी कचहरी च साडा केस चलदा, केस कर दे, माफ आ कम असीं कर दिंने आ। गुरमुखो ਉਹ ਵੱਡੇ ਵੱਡੇ ਤਕੜੇ ਤਕੜੇ ਜਲਾਦ ਸਾਹਿਬਜ਼ਾਦਿਆਂ ਦੀਆਂ ਸਾਥੀਆਂ ਤੇ ਬਹਿ ਗਏ, ਸਾਥੀਆਂ ਤੇ ਬਹਿ ਗਏ, ਛੁਰੀਆਂ ਲੈ ਲੀਆਂ ਹੱਥਾਂ ਦੇ ਵਿੱਚ, ਬੱਚਿਆਂ ਦੇ ਧੜਦੇ ਨਾਲੋਂ ਸੀਸ ਜੁਦਾ ਕੀਤੇ। ਫਿਰ ਸੇਠ ਟੋਡਰਮਲ, ਜਿਵੇਂ ਭਾਈ ਸੰਦੀਪ ਸਿੰਘ ਹੋਰਾਂ ਨੇ ਦੱਸਿਆ, ਉਹਨਾਂ ਨੇ ਕਹਿੰਦੇ ਵਜੀਦਿਆ मैं इन्हां बच्चों का संस्कार करना, सब तो महंगी धरती है। एक बारी इंग्लैंड दे विच मीटिंग हुई, उत्थे साध संगत जी सारियां ने मीटिंग करके विचार करके कहंदे दुनिया की सब तो महंगी धरती, वो कहंदे दुनिया की सब तो महंगी धरती फतेहगढ़ साहब है, जिथे छोटे साहबजादे ते माता गुजरी जी का संस्कार होया है। अंग्रेजा ने पूछया उत्थे कौन रहिंदा है, उस धरती ते कौन वसदा है?
ਆਪਣੇ ਸਿੱਖ ਮਾਣ ਨਾਲ ਬਾਹ ਉੱਚੀ ਕਰਕੇ ਕਹਿੰਦੇ ਨੇ ਉੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ। ਆਖੋ ਸਤਨਾਮ ਵਾਹਿਗੁਰੂ। ਉੱਥੇ ਸਾਡੇ ਸਤਿਗੁਰ ਪ੍ਰਕਾਸ਼ ਨੇ। ਟੋਡਰ ਮੱਲ ਤੇਰੇ ਕੋਲ ਮਾਇਆ ਬੜੀ ਹੈ, ਤੇਰੇ ਕੋਲ ਪੈਸਾ ਬੜਾ ਹੈ, ਇਹਨਾਂ ਬੱਚਿਆਂ ਦਾ ਸੰਸਕਾਰ ਕਰਨਾ ਮੋਹਰਾ ਮਛਾ। ਉਹਨਾਂ ਵੇਲਿਆਂ ਦੇ ਵਿੱਚ ਸੇਠ ਟੋਡਰ ਮੱਲ ਦੇ ਛਿਪ ਚੱਲਦੇ ਸੀ ਪਾਣੀ ਵਾਲੇ। ਉਹਨਾਂ ਸਮਿਆਂ ਵਿੱਚ ਮੋਹਰਾਂ ਵਿਛਾਈਆਂ ਗਈਆਂ। ਗੁਰਮੁਖੋ ਨਾਲ ਸਰੀਰ ਚੱਕਣ ਵਾਸਤੇ ਵੀ ਕੋਈ ਤਿਆਰ ਨਹੀਂ ਸੀ ਹੁੰਦਾ, ਕੋਈ ਨਹੀਂ ਸੀ ਆਇਆ। ਬਾਬਾ ਜੋਰਾਵਰ ਸਿੰਘ ਦਾ ਸਰੀਰ ਟੋਡਰ ਮੱਲ ਨੇ ਚੱਕਿਆ। ਬਾਬਾ ਫਤਿਹ ਸਿੰਘ ਦਾ ਸਰੀਰ ਟੋਡਰ ਮੱਲ ਦੇ ਘਰ ਵਾਲੀ ਨੇ ਚੱਕਿਆ। ਬੀਬੀ ਨੇ ਜਿਵੇਂ ਬੱਚਿਆਂ ਨੂੰ ਘੜੇੜੇ ਨਹੀਂ ਲਾਉਂਦੇ ਚੁੱਕੇ ਆਪਾਂ, ਸੁੱਤਾ ਪਿਆ ਹੁੰਦਾ ਬੱਚਾ, ਉਵੇਂ ਚੁੱਕਿਆ। 4 ਮਜ਼ਦੂਰ ਲਿਆਂਦੇ, 3 ਮਜ਼ਦੂਰ ਮਿਲੇ ਸੀ। ਉਹਨਾਂ ਨੇ ਮਾਤਾ ਗੁਜਰੀ ਜੀ ਦਾ ਬਮਾਨ ਚੱਕਿਆ। ਮੋਤੀ ਰਾਮ ਨੇ ਵੀ ਮੋਢਾ ਲਾਇਆ ਸੀ। ਉਦੋਂ ਤੇ ਕੋਈ ਨਹੀਂ ਸੀ ਜਾਂਦਾ, ਕੋਈ ਨਹੀਂ ਸੀ ਨਾਲ ਤੁਰਿਆ। ਆ 13 ਪੋਹ ਆਉਣੀਆਂ, 13 ਪੋਹ ਨੂੰ ਵੇਖਿਓ ਜੇ ਉਦੋਂ ਨਹੀਂ ਤੁਰਿਆ, ਓਏ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਹੁੰਦੀ। ਹੁਣ ਵੇਖਿਓ ਜਾ ਕੇ, ਦੁਨੀਆ ਦਾ ਪਹਿਲਾ ਨਗਰ ਕੀਰਤਨ ਹੈ, ਦੁਨੀਆ ਦਾ ਪਹਿਲਾ ਨਗਰ ਕੀਰਤਨ ਹੈ ਜਿੱਥੇ ਕੋਈ ਚੰਚਲ ਬਿਰਤੀ ਨਹੀਂ ਕੀਤੀ ਜਾਂਦੀ, ਜਿੱਥੇ ਕੋਈ ਚੰਚਲਤਾ ਹੀ ਨਹੀਂ ਕੀਤੀ। ਉਹ ਸਾਰੇ ਦੇ ਸਾਰੀ ਸੰਗਤ ਰੋਂਦੀ ਹੋ ਜਾਂਦੀ ਹੁੰਦੀ ਹੈ। ਉੱਥੇ ਕੋਈ ਰੌਲਾ ਰੱਪਾ ਨਹੀਂ ਪੈਂਦਾ, ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਹੁੰਦੀ, ਸਾਰੀ ਰੋ ਕੇ ਘਰਾਂ ਨੂੰ ਮੁੜਾਉਂਦੇ ਨੇ। ਉਹ ਪਹਿਲਾ ਨਗਰ ਕੀਰਤਨ ਹੈ ਦੁਨੀਆ ਦਾ। ਬਾਬਾ ਨਰੈਣ ਸਿੰਘ ਜੀ ਮੋਨੀ, ਉਹ ਕਾਕੜੇ ਪਿੰਡ, ਉਹਨਾਂ ਨੇ ਸਥਾਨ ਵੀ ਬਣਾਇਆ। ਕਾਰ ਸੇਵਾ ਵਾਲੇ ਬਾਬਿਆਂ ਨੇ ਕਾਰ ਸੇਵਾ ਸ਼ੁਰੂ ਕੀਤੀ ਹੈ। ਉਹ ਉੱਥੋਂ ਨਗਰ ਕੀਰਤਨ ਵੀ ਲੈ ਕੇ ਆਉਂਦੇ ਹੁੰਦੇ ਸੀ। ਉਵੇਂ ਉਵੇਂ ਜਿੱਥੇ ਜਿੱਥੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਆਈਆਂ ਸੀ, ਉੱਥੋਂ ਫਿਰ ਟੋਡਰ ਮੱਲ ਅਸਥੀਆਂ ਆਪਣੇ ਖੇਤਾਂ 'ਚ ਲਿਆਇਆ ਸੀ। ਇੱਥੇ ਆਲੋ ਅਰਖ ਪਿੰਡ ਪੈਂਦਾ ਭਵਾਨੀਗੜ੍ਹ ਦੇ ਨਾਲ ਹੀ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ। ਪਹਿਲਾਂ ਤੇ ਦਰਸ਼ਨ ਕਰਦੀ ਸੀ ਸੰਗਤ ਉਹਨਾਂ ਅਸਥੀਆਂ ਦੇ, ਪਰ ਵਿਚਾਰ ਕਰਕੇ ਮੀਟਿੰਗ ਕਰਕੇ ਹੁਣ ਥੱਲੇ ਜਗ੍ਹਾ ਥੱਲੇ ਦੱਬ ਕੇ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਹੈ। ਕਦੇ ਦਰਸ਼ਨ ਕਰਿਓ ਜਾ ਕੇ। ਓਏ ਕੀ ਦੇਣ ਦੇ ਦਾਂਗੇ ਆਪਾਂ ਆਵਾਜ਼ਾਂ ਵਾਲਿਆਂ ਦਾ। ਗੁਰਮੁਖੋ ਅਸੀਂ ਤੇ ਵਾਰ-ਵਾਰ ਆਈਏ, ਆਪਾਂ ਹੁਣ ਸਮਾਪਤੀ ਕਰੀਏ। ਆਪਾਂ ਸੈਂਕੜੇ ਵਾਰ ਵੀ ਜਨਮ ਧਾਰ ਕੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਉਹਨਾਂ ਵਰਗਾ ਬਾਪੂ ਨਹੀਂ ਲੱਭ ਸਕਦਾ। ਅੱਜ ਤੇ ਕਹੀਏ ਤੂੰ ਸ਼ਰਾਬ ਛੱਡਦੇ ਨਹੀਂ, ਫਿਰ ਸਾਡੇ ਕੋਲ ਕੀ ਲੈਣ ਆਉਣਾ। ਉਹ ਕਹੇਗਾ ਜੀ ਮੈਂ ਤੁਹਾਡਾ ਹੀ ਖਹਿੜਾ ਛੱਡ ਦੇਗਾ, ਪਰ ਮੈਂ ਸ਼ਰਾਬ ਨਹੀਂ ਛੱਡਾਂਗਾ। ਭਾਗ ਮਾੜੇ ਨੇ ਗੁਰਮੁਖੋ, ਭਾਗ ਮਾੜੇ ਨੇ। ਓਏ ਕਰਨਾ ਪਾਪ ਕਰ ਲੈ, ਸਤਿਗੁਰ ਨੇ ਅੱਜ ਨਹੀਂ ਕਹਿਣਾ। ਅਸੀਂ ਇਹੀ ਬੇਨਤੀ, ਇਹੀ ਅਰਦਾਸ ਕਰਨੀ ਆ ਸਾਹਿਬਜ਼ਾਦਿਓ, ਬਾਬਾ ਜੀ ਤੁਹਾਡੇ ਵਰਗੇ ਬਣ ਨਹੀਂ ਸਕਦੇ, ਪਰ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ, ਆਪਣਾ ਜੀਵਨ ਬਣਾਵਾਂਗੇ। ਇਹੀ ਅਰਦਾਸਾਂ ਆਪਾਂ ਨੇ ਕਰਨੀਆਂ ਨੇ। ਗੁਰਮੁਖੋ ਜੇ ਬੱਚਿਆਂ ਦੀ ਖੁਸ਼ੀ ਲੈਣੀ ਹੈ, ਬੱਚਿਆਂ ਦੀ ਵਿਚਾਰਧਾਰਾ ਨਾਲ ਜੁੜ ਜਾਓ, ਬੱਚੇ ਖੁਸ਼ ਹੋ ਜਾਣਗੇ। ਜੇ ਘਰ ਵਾਲੀ ਦੀ ਖੁਸ਼ੀ ਲੈਣੀ ਹੈ, ਉਹਨੂੰ ਸੋਹਣਾ ਜਿਹਾ ਸੂਟ ਲੈ ਦਿਓ ਕੋਈ, ਉਹਦੀ ਵਿਚਾਰਧਾਰਾ ਨਾਲ ਜੁੜ ਜਾਓ, ਘਰ ਵਾਲੀ ਬੀਬੀ ਖੁਸ਼ ਹੋ ਜਾਂਦੀ ਹੈ। ਜੇ ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਕਰਨਾ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਬਾਜਾਂ ਵਾਲੇ ਵੀ ਖੁਸ਼ ਹੋ ਜਾਣਗੇ। ਆਖੋ ਸਤਨਾਮ ਵਾਹਿਗੁਰੂ। ਬਾਜਾਂ ਵਾਲੇ ਵੀ ਖੁਸ਼ ਹੋ ਜਾਣਗੇ। ਆਓ ਆਪਾਂ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਸਭਾ ਦਾ ਦਿਹਾੜਾ ਆਉਣ ਵਾਲਾ ਹੈ, ਸਾਰੀਆਂ ਸੰਗਤਾਂ ਵੱਧੋ ਵੱਧ ਜਾਪ ਕਰਿਓ। ਇਹਨਾਂ ਦਿਨਾਂ ਵਿੱਚ ਤੇ ਹੱਸਣਾ ਵੀ ਜਾਇਜ਼ ਨਹੀਂ ਹੁੰਦਾ। ਗਾਣੇ ਨਾ ਲਾਇਓ, ਨਾਟਕ ਨਾ ਦੇਖਿਓ, ਗੁਰਸਿੱਖੋ ਟੀਵੀਆਂ ਨੂੰ ਬੰਦ ਰੱਖਿਓ। ਪੁੰਜੇ ਬਹਿ ਕੇ ਕੋਈ ਚੌਪਈ ਸਾਹਿਬ ਦਾ ਜਿਹਨੂੰ ਆਉਂਦਾ ਹੈ, ਕਿਸੇ ਨੂੰ ਸੁਖਮਨੀ ਸਾਹਿਬ ਦਾ ਪਾਠ ਆਉਂਦਾ ਹੈ, ਕਿਸੇ ਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਹੈ। ਜੇ ਕਿਸੇ ਨੂੰ ਕੁਛ ਨਹੀਂ ਆਉਂਦਾ, ਵਾਹਿਗੁਰੂ ਵਾਹਿਗੁਰੂ ਤੇ ਕਰ ਸਕਨੇ ਆਪਾਂ। ਚੌਂਕੜਾ ਮਾਰ ਕੇ 15 ਮਿੰਟ 20 ਮਿੰਟ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਤੇ ਜਾਪ ਕਰੋ। ਇਹ ਚੀਜ਼ਾਂ ਤੋਂ ਪਰਹੇਜ਼ ਕਰਕੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਪ੍ਰਾਪਤ ਕਰੀਏ। ਗੁਰਮੁਖੋ ਆਓ ਆਪਾਂ ਧਾਰਨਾ ਪੜੀਏ ਪ੍ਰੇਮ ਨਾਲ, ਕੋਈ ਰਸਨਾ ਵਾਂਝੀ ਨਾ ਬੋਲਿਓ ਸਾਰੇ। ਗੀਤ ਵੀ ਗਾਉਂਦੇ ਆ, ਵਿਆਹਾਂ ਵਿੱਚ ਨੱਚਦੇ ਟੱਪਦੇ ਆ ਸਾਰੇ। ਉਹ ਗੀਤਾਂ ਨੇ ਸਾਨੂੰ ਮਾਰ ਦੇਣਾ, ਪਰ ਆ ਗੀਤ ਸਾਨੂੰ ਤਾਰ ਦੇਣਗੇ। ਪ੍ਰੇਮ ਨਾਲ ਬੋਲਿਓ। ਮੈਂ ਸਦਾ ਬੇਨਤੀ ਕਰਦਾ ਹੁੰਨਾ, ਗੁਰੂ ਗੋਬਿੰਦ ਸਿੰਘ ਨੇ ਤੇਰੀਆਂ ਦੇਗਾਂ ਕਰਾਈਆਂ ਤੇ ਖੁਸ਼ ਨਹੀਂ ਹੋਣਾ, ਤੇਰੇ ਰਮਾਲੇ ਚੜਾਇਆ ਤੇ ਖੁਸ਼ ਨਹੀਂ ਹੁੰਦੇ, ਤੇਰੀਆਂ ਦੇਗਾਂ ਕਰਾਈਆਂ ਤੇ ਖੁਸ਼ ਨਹੀਂ ਹੁੰਦੇ, ਖੰਡ ਪਾਠ ਕਰਾਇਆ ਤੇ ਖੁਸ਼ ਨਹੀਂ ਹੁੰਦੇ।
ठीक है तेरे लंगर लाए प्रवान, तेरियां देगां प्रवान, तेरे खंड पाठ प्रवान कदों? जदों अमृत छकेगा। बोलियो सारे, की पता ये नाले मन मन जे किसी का। बोलियो भाई सारे। दसवें पिता दियां खुशियां ने लैनियां, दसवें पिता दियां खुशियां ने लैनियां, खंडे वाला अमृत पी नी संगते, खंडे वाला अमृत पी। पहला घुट पीते आते अखां खुल जांदियां, अखां खुल जांदियां, पता नहीं सी वाटे विच की नी संगते, पता नहीं सी वाटे विच की। बाबा जी अखां ते खुलियां ही ने, होर किहड़ियां अखां दी गल करदे हो? गुरमुखो ज्ञान रूपी नेत्रां दी गल कीती है इत्थे। इस अखां नाल ते सानू जग दिसदा है। जदों साध संगत जी साडे ज्ञान रूपी नेत्र खुल गए, गुरु ग्रंथ साहिब जी दे विचों सानू गुरु नानक दे दर्शन हो जाने ने। इसे करके ही है पहला घुट पीते आते अखां खुल जांदियां, अखां खुल जांदियां, पता नहीं सी वाटे विच की नी संगते, पता नहीं सी वाटे विच की। आनंदपुर डेरा सी नी संगते, आनंदपुर डेरा सी। पिता गुरां
ਸਾਰਾ ਪਰਿਵਾਰ ਗੁਰਾਂ ਸਾਡੇ ਉਤੋਂ ਵਾਰਿਆ, ਸਾਡੇ ਉਤੋਂ ਵਾਰਿਆ, ਇੱਕ ਵੀ ਨਾ ਰੱਖਿਆ ਜੀ ਨੀ ਸੰਗ ਤੇ, ਇੱਕ ਵੀ ਨਾ ਰੱਖਿਆ ਜੀ। ਜੁਝਾਰ ਦੋਵੇਂ ਜੰਗ ਵੱਲ ਤੋਰਦੇ, ਜੀਤ ਤੇ ਜੁਝਾਰ ਦੋਵੇਂ ਜੰਗ ਵੱਲ ਤੋਰਦੇ, ਜੰਗ ਵੱਲ ਤੋਰਦੇ, ਦੋ ਸਰਹੰਦ ਵਾਲੀ ਨੀ ਸੰਗ ਤੇ, ਦੋ ਸਰਹੰਦ ਵਾਲੀ ਨੀ। ਜੁਝਾਰ ਦੋਵੇਂ ਜੰਗ ਵੱਲ ਤੋਰਦੇ, ਸਾਰੀ ਸੰਗਤ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਜਿਨ੍ਹਾਂ ਦੀ ਗੋਦ ਵਿੱਚ ਬਹਿ ਕੇ ਆਪਾਂ ਨੇ ਆਨੰਦ ਮਾਣਿਆ।